ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ, ਅਸੀਂ ਸਾਰੇ ਵੀਰ ਭੈਣਾਂ ਮਿਲ ਕੇ ਸਮਾਜ ਕੀ ਵਾਰ ਦੀ ਵਿਚਾਰ ਕੁਝ ਦਿਨ ਤੋਂ ਸਾਂਝੀ ਕਰ ਰਹੇ ਹਾਂ ਔਰ ਜੀਵਨ ਜੁਗਤ ਸਿੱਖਣ ਦਾ ਯਤਨ ਕਰਦੇ ਹਾਂ। ਕੱਲ ਤੱਕ ਅਸੀਂ 12 ਪੌੜੀਆਂ ਦੀ ਵਿਚਾਰ ਸਾਂਝੀ ਕਰ ਚੁੱਕੇ ਹਾਂ। ਅੱਜ 13ਵੀਂ ਪੌੜੀ ਦੀ ਵਿਚਾਰ ਸਾਂਝੀ ਕਰਾਂਗੇ ਤੇ ਇਸ ਪੌੜੀ ਦੇ ਨਾਲ ਜੋ ਪਹਿਲਾ ਸ਼ਲੋਕ ਹੈ ਉਹ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 143 ਤੇ ਅੰਕਿਤ। ਹਮ ਜ਼ੇਰ ਜ਼ਿਮੀ ਦੁਨੀਆ ਪੀਰਾਂ ਮਸਾਇਕਾਂ ਰਾਇਆ। ਇੱਥੇ ਜੋ ਹਮ ਸ਼ਬਦ ਹੈ, ਇਹ ਹਮ ਸ਼ਬਦ ਹਿੰਦੀ ਵਾਲਾ ਨਹੀਂ ਹੈ। ਹਿੰਦੀ ਦਾ ਜੇ ਸ਼ਬਦ ਹੋਏ ਹਮ ਦਾ ਮਤਲਬ ਹੋਏਗਾ ਅਸੀਂ ਜਾਂ ਮੈਂ, ਜਿਵੇਂ ਜਬ ਹਮ ਹੋਤੇ ਤਬ ਤੂੰ ਨਹੀਂ। ਇੱਥੇ ਹਮ ਸ਼ਬਦ ਹੈਗਾ ਫਾਰਸੀ ਦਾ ਹਮ ਹੈ। ਹਮ ਹੈ ਇੱਥੇ ਫਾਰਸੀ ਦੇ ਹਮ ਦਾ ਮਤਲਬ ਹੈਗਾ ਸਾਰਾ, ਸਾਰੀ। ਜ਼ੇਰ ਦਾ ਮਤਲਬ ਹੁੰਦਾ ਹੈ ਹੇਠਾਂ, ਥੱਲੇ, ਤੇ ਜ਼ਿਮੀ ਦਾ ਮਤਲਬ ਹੈ ਧਰਤੀ। ਇਹਨੂੰ ਜੇਰ ਨਹੀਂ ਪੜਨਾ, ਜ਼ੇਰ ਪੜਨਾ ਹੈ। ਜੱਜੇ ਦੇ ਪੈਰ ਥੱਲੇ ਬਿੰਦੀ ਲਗਾ ਕੇ ਜਿਮੀ, ਜੱਜੇ ਦੇ ਪੈਰ ਥੱਲੇ ਬਿੰਦੀ ਲਗਾ ਕੇ ਜ਼ਿਮੀ। ਹਮ ਜ਼ੇਰ ਜ਼ਿਮੀ ਦੁਨੀਆ ਪੀਰਾਂ ਮਸਾਇਕਾਂ ਰਾਇਆ। ਕਿ ਜਿੰਨੇ ਵੀ ਪੀਰ ਨੇ, ਸ਼ੇਖ ਨੇ, ਰਾਏ ਆਦਿਕ ਨੇ, ਸਾਰੀ ਦੁਨੀਆ ਧਰਤੀ ਦੇ ਥੱਲੇ ਅੰਤ ਨੂੰ ਆ ਜਾਂਦੇ ਨੇ। ਯਾਨੀ ਪੀਰ ਵੀ, ਮਸਾਇਕ ਵੀ, ਰਾਏ ਬਾਦਸ਼ਾਹ ਵਗੈਰਾ ਵੀ, ਸਾਰੀ ਹੀ ਦੁਨੀਆ ਆਖਿਰ ਨੂੰ ਧਰਤੀ ਦੇ ਥੱਲੇ ਆ ਜਾਂਦੀ ਹੈ। ਭਾਵ ਮਿੱਟੀ ਥੱਲੇ ਦੱਬੀ ਜਾਂਦੀ ਹੈ। ਮੀਨਸ ਕਿ ਸਰੀਰ ਕਰਕੇ ਸਾਰਿਆਂ ਦੀ ਮੌਤ ਹੋ ਜਾਂਦੀ। ਧਰਤੀ ਥੱਲੇ ਆਉਣ ਦਾ ਮਤਲਬ ਮੌਤ ਹੋ ਜਾਣਾ ਹੈ ਸਰੀਰ ਕਰਕੇ। ਚਾਹੇ ਕੋਈ ਸ਼ੇਖ ਹੈ, ਕੋਈ ਪੀਰ ਹੈ, ਕੋਈ ਰਾਏ ਹੈ, ਵੱਡੇ ਤੋਂ ਵੱਡਾ ਕੋਈ ਧਾਰਮਿਕ ਪਦਵੀ ਹੈ, ਰਾਜਨੀਤਿਕ ਪਦਵੀ ਹੈ, ਸਾਰੇ ਹੀ ਜ਼ਿਮੀ ਦੇ ਥੱਲੇ ਆ ਜਾਂਦੇ ਨੇ। ਭਾਵ ਕਿ ਸਰੀਰ ਕਰਕੇ ਸਾਰਿਆਂ ਦਾ ਅੰਤ ਹੋ ਜਾਂਦਾ। ਮੇ ਰਵਦ ਬਾਦਸ਼ਾਹਾਂ ਅਫਜ਼ੂ ਖੁਦਾਏ। ਹੁਣ ਇਹਨੂੰ ਮੇ ਨਹੀਂ ਪੜਨਾ, ਮੇ ਪੜਨਾ ਹੈ ਬਿਨਾਂ ਬਿੰਦੀ ਤੋਂ। ਮੇ ਰਵਦ, ਮੇ ਰਵਦ ਦਾ ਮਤਲਬ ਜਾਂਦਾ ਹੈ, ਚਲਾ ਜਾਂਦਾ ਹੈ। ਮੇ ਰਵਦ ਦਾ ਅੱਖਰੀ ਅਰਥ ਹੈ ਜਾਂਦਾ ਹੈ, ਜਾਂਦਾ ਹੈ, ਤੇ ਇਹਦਾ ਭਾਵ ਅਰਥ ਹੈ ਜਾਂਦਾ ਹੈ, ਚਲਾ ਜਾਂਦਾ ਹੈ, ਯਾਨੀ ਨਾਸ਼ਵੰਤ ਹੈ। ਅਫਜ਼ੂ ਦਾ ਮਤਲਬ ਹੈਗਾ ਬਾਕੀ ਰਹਿਣ ਵਾਲਾ, ਪਿੱਛੇ ਰਹਿਣ ਵਾਲਾ। ਖੁਦਾਏ ਦਾ ਮਤਲਬ ਰੱਬ। ਮੇ ਰਵਦ ਬਾਦਸ਼ਾਹ, ਯਾਨੀ ਇਸ ਧਰਤੀ ਤੇ ਹੁਕਮ ਕਰਨ ਵਾਲੇ ਬਾਦਸ਼ਾਹ ਵੀ ਮੇ ਰਵਦ ਦਾ ਮਤਲਬ ਚਲੇ ਜਾਂਦੇ ਨੇ, ਖਤਮ ਹੋ ਜਾਂਦੇ ਨੇ, ਨਾਸ਼ਮਾਨ ਨੇ, ਸਦਾ ਰਹਿਣ ਵਾਲੇ ਨਹੀਂ ਹਨ। ਅਫਜ਼ੂ ਖੁਦਾਏ, ਅਫਜ਼ੂ ਦਾ ਮਤਲਬ ਬਾਕੀ ਰਹਿਣ ਵਾਲਾ, ਸਦਾ ਰਹਿਣ ਵਾਲਾ, ਕੇਵਲ ਇੱਕ ਰੱਬ ਹੈ। ਯਾਨੀ ਜੋ ਸਰਵ ਵਿਆਪਕ ਪਰਮ ਸੱਤਿਆ ਹੈ ਉਹ ਸदैव ਹੈ, ਬਾਕੀ ਸਰੀਰ ਕਰਕੇ ਹਰ ਇਨਸਾਨ ਖਤਮ ਹੋ ਜਾਣ ਵਾਲਾ ਹੈ। ਏਕ ਤੂੰ ਹੀ, ਏਕ ਤੂੰ ਹੀ। ਪਹਿਲੇ ਨੂੰ ਤੂੰ ਹੀ ਪੜਨਾ ਹੈ, ਦੂਜੇ ਨੂੰ ਤੂੰ ਹੀ ਪੜਨਾ ਹੈ। ਅਰਥ ਦੋਵਾਂ ਦਾ ਇੱਕੋ ਹੀ ਹੈ। ਇੱਕ ਤੂੰ ਹੀ ਹੈ, ਇੱਕ ਤੂੰ ਹੀ ਹੈ। ਕਿ ਹੈ ਖੁਦਾ, ਹੈ ਪ੍ਰਭੂ, ਇੱਕ ਤੂੰ ਹੀ ਹੈ, ਸਦਾ ਰਹਿਣ ਵਾਲਾ ਇੱਕ ਤੂੰ ਹੀ ਹੈ। ਅੱਗੇ ਅਗਲਾ ਸ਼ਲੋਕ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਹੀ ਹੈ। ਨਾ ਦੇਵ ਦਾਨਵਾ ਨਰਾ, ਨਾ ਦੇਵ ਦਾਨਵਾ ਨਰਾ, ਬਿਨਾਂ ਬਿੰਦੀ ਤੋਂ। ਨਾ ਦੇਵਤੇ, ਨਾ ਦੈਂਤ ਔਰ ਨਾ ਮਨੁੱਖ। ਦੇਵ ਦਾ ਮਤਲਬ ਦੇਵਤੇ, ਦਾਨਵਾ ਦਾ ਮਤਲਬ ਦੈਂਤ, ਤੇ ਨਰਾ ਦਾ ਮਤਲਬ ਮਨੁੱਖ। ਨਾ ਦੇਵਤੇ, ਨਾ ਦੈਂਤ ਔਰ ਨਾ ਮਨੁੱਖ। ਨਾ ਸਿੱਧ ਸਾਧਿਕਾ ਧਰਾ, ਧਰਾ ਦਾ ਮਤਲਬ ਧਰਤੀ। ਸਿੱਧ ਦਾ ਮਤਲਬ ਯੋਗ ਸਾਧਨਾ ਦੇ ਅੰਦਰ ਪੁਗੇ ਹੋਏ ਯੋਗੀ। ਸਾਧਕਾਂ ਦਾ ਮਤਲਬ ਸਾਧਕ, ਜਿਹੜੇ ਯੋਗ ਸਾਧਨਾ ਦੇ ਵਿੱਚ ਹਾਲੇ ਲੱਗੇ ਹੋਏ ਨੇ। ਨਾ ਤਾਂ ਯੋਗ ਸਾਧਨਾ ਦੇ ਵਿੱਚ ਪੁੱਗੇ ਹੋਏ ਯੋਗੀ, ਨਾ ਹੀ ਸਾਧਨਾ ਕਰਨ ਵਾਲੇ, ਕੋਈ ਵੀ ਧਰਤੀ ਤੇ ਨਹੀਂ ਰਹਿੰਦਾ। ਯਾਨੀ ਸਰੀਰ ਕਰਕੇ ਸਿੱਧ ਸਾਧਕ ਜੋਗੀ ਜੰਗਮ ਜੋ ਵੀ ਹੈ ਉਹ ਸਰੀਰ ਕਰਕੇ ਇਸ ਧਰਤੀ ਤੇ ਸਦਾ ਕੋਈ ਨਹੀਂ ਰਹਿੰਦਾ।
ਆਖਿਰ ਸਾਰਿਆਂ ਦੀ ਮੌਤ ਹੁੰਦੀ ਹੈ। ਅਸਤ ਏਕ ਦਿਗਰ ਕੋਈ। ਅਸਤ ਦਾ ਮਤਲਬ ਹੈ, ਕਾਇਮ ਹੈ। ਏਕ ਦਾ ਮਤਲਬ ਇੱਕ, ਦਿਗਰ ਦਾ ਮਤਲਬ ਹੈਗਾ ਦੀਗਰੇ, ਦੂਜਾ। ਕੋਈ ਦਾ ਮਤਲਬ ਕੌਣ। ਅਸਤ ਏਕ ਦਿਗਰ ਕੋਈ, ਸਦਾ ਰਹਿਣ ਵਾਲਾ ਇੱਕ ਹੈ, ਹੋਰ ਦੂਜਾ ਕੌਣ ਹੈ, ਭਾਵ ਕੋਈ ਨਹੀਂ। ਇੱਕ ਤੋਂ ਬਿਨਾਂ ਸਦਾ ਰਹਿਣ ਵਾਲਾ ਹੋਰ ਕੋਈ ਨਹੀਂ ਹੈ। ਜੋ ਸਰੀਰ ਕਰਕੇ ਜਨਮਿਆ ਹੈ ਉਹਦਾ ਅੰਤ ਜ਼ਰੂਰ ਹੋਏਗਾ। ਜੋ ਉਪਜਿਓ ਸੋ ਬਿਨਸ ਹੈ, ਜਾਂ ਜੋ ਆਇਆ ਸੋ ਚਲਸੀ। ਅਸਤ ਏਕ, ਸਦਾ ਰਹਿਣ ਵਾਲਾ ਇੱਕ ਹੀ ਹੈ। ਦਿਗਰ ਕੋਈ, ਦੂਜਾ ਕੌਣ ਹੈ, ਭਾਵ ਕੋਈ ਨਹੀਂ ਹੈ। ਏਕ ਤੁਈ, ਏਕ ਤੁਈ, ਤੁਈ ਦਾ ਮਤਲਬ ਤੂੰ। ਸਦਾ ਕਾਇਮ ਰਹਿਣ ਵਾਲਾ ਹੈ ਪ੍ਰਭੂ, ਇੱਕ ਤੂੰ ਹੀ ਹੈ, ਇੱਕ ਤੂੰ ਹੀ ਹੈ, ਕੱਲਮ ਕੱਲਾ ਤੂੰ ਹੀ ਰਹਿਣ ਵਾਲਾ ਹੈ। ਨਾ ਦਾਦੇ ਦਿਹੰਦ ਆਦਮੀ। ਦਾਦੇ ਦਾ ਮਤਲਬ ਹੁੰਦਾ ਹੈ ਦਾਦ, ਯਾਨੀ ਇਨਸਾਫ। ਦਾਦੇ ਦਾ ਮਤਲਬ ਇਨਸਾਫ। ਦਿਹੰਦ ਦਾ ਮਤਲਬ ਜੋ ਦੇਣ ਵਾਲਾ ਹੈ। ਦਾਦੇ ਦਿਹੰਦ ਦਾ ਮਤਲਬ ਇਨਸਾਫ ਕਰਨ ਵਾਲੇ। ਹੁਣ ਇਨਸਾਫ ਕਰਨ ਵਾਲੇ ਕੌਣ ਨੇ? ਕਈ ਵਾਰੀ ਘਰਾਂ ਦੇ ਵਿੱਚ ਛੋਟੀ ਮੋਟੀ ਪ੍ਰੋਬਲਮ ਹੋ ਜਾਂਦੀ ਹੈ ਤੇ ਅਸੀਂ ਕਿਸੇ ਸਿਆਣੇ ਆਪਣੇ ਰਿਸ਼ਤੇਦਾਰ ਭੈਣ ਭਰਾ ਨੂੰ ਬੁਲਾਉਂਦੇ ਹਾਂ ਤੇ ਉਹ ਸਾਡਾ ਇਨਸਾਫ ਕਰਦਾ ਹੈ, ਫੈਸਲਾ ਦਿੰਦਾ ਹੈ। ਪੰਚਾਇਤਾਂ ਫੈਸਲਾ ਦਿੰਦੀਆਂ ਨੇ, ਉਸ ਤੋਂ ਅੱਗੇ ਅਦਾਲਤਾਂ ਨੇ, ਰਾਜੇ ਨੇ, ਫੈਸਲਾ ਦੇਣ ਵਾਲੇ, ਇਨਸਾਫ ਕਰਨ ਵਾਲੇ, ਦੂਜਿਆਂ ਦੇ ਝਗੜੇ ਨਿਬੇੜਨ ਵਾਲੇ, ਜਿਹੜੇ ਦੂਜਿਆਂ ਲੋਕਾਂ ਦੇ ਝਗੜੇ ਨਿਬੇੜਦੇ ਨੇ। ਨਾ ਦਾਦੇ ਦਿਹੰਦ ਆਦਮੀ, ਨਾ ਹੀ ਇਨਸਾਫ ਕਰਨ ਵਾਲੇ, ਦੂਜਿਆਂ ਦੇ ਝਗੜੇ ਨਿਬੇੜਨ ਵਾਲੇ ਆਦਮੀ ਵੀ ਸਦਾ ਟਿਕੇ ਰਹਿਣ ਵਾਲੇ ਨਹੀਂ ਹਨ। ਬੇਸ਼ੱਕ ਉਹ ਚੰਗੇ ਇਨਸਾਨ ਨੇ, ਲੇਕਿਨ ਸਦਾ ਰਹਿਣ ਵਾਲੇ ਨਹੀਂ। ਸਰੀਰ ਕਰਕੇ ਉਹਨਾਂ ਨੇ ਵੀ ਚਲੇ ਜਾਣਾ। ਨਾ ਸਪਤ ਜ਼ੇਰ ਜ਼ਿਮੀ। ਸਪਤ ਦਾ ਮਤਲਬ ਸੱਤ, ਜ਼ੇਰ ਜ਼ਮੀ ਦਾ ਮਤਲਬ ਜੋ ਥੱਲੇ ਨੇ। ਨਾ ਹੀ ਧਰਤੀ ਦੇ ਹੇਠਲੇ ਸੱਤ ਪਤਾਲ ਸਦਾ ਰਹਿ ਸਕਦੇ ਨੇ, ਕਿਉਂਕਿ ਆਮ ਇੱਕ ਧਾਰਨਾ ਹੈ, ਸੱਤ ਪਤਾਲ ਲੋਕਾਂ ਨੇ ਮੰਨੇ ਨੇ ਕਿ ਸੱਤ ਆਕਾਸ਼ ਨੇ, ਸੱਤ ਪਤਾਲ ਨੇ। ਇਹ ਵਿਚਾਰਧਾਰਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਤੋਂ ਪਹਿਲਾਂ ਸੀ, ਆਗਮਨ ਦੇ ਸਮੇਂ ਵੀ ਸੀ। ਤੇ ਗੁਰੂ ਸਾਹਿਬ ਨੇ ਬਚਨ ਕੀਤਾ ਹੈ ਕਿ ਪਾਤਾਲਾਂ ਪਾਤਾਲ ਲਖ, ਆਗਾਸਾਂ ਆਗਾਸ, ਊੜਕ ਊੜਕ ਪਾਲ ਥਕੇ, ਵੇਦ ਕਹਿਨ ਇੱਕ ਬਾਤ। ਯਾਨੀ ਪਤਾਲਾਂ ਦਾ, ਆਕਾਸ਼ਾਂ ਦਾ ਕੋਈ ਅੰਤ ਨਹੀਂ ਹੈ। ਹਰ ਧਰਤੀ ਦਾ, ਹਰ ਚੰਦਰਮਾ ਦਾ, ਤਾਰੇ ਦਾ ਆਪਣਾ ਆਕਾਸ਼ ਹੈ, ਆਪਣਾ ਪਤਾਲ ਹੈ। ਸੰਸਾਰ ਦਾ ਕੋਈ ਅੰਤ ਨਹੀਂ ਹੈ। ਲੇਕਿਨ ਕਿਉਂਕਿ ਜਿਹੜੀ ਵਿਚਾਰਧਾਰਾ ਚੱਲੀ ਆ ਰਹੀ ਹੈ, ਜਿਹਨੂੰ ਲੋਕ ਮੰਨ ਰਹੇ ਨੇ, ਜਿਨ੍ਹਾਂ ਲੋਕਾਂ ਦੇ ਵਿੱਚ ਗੁਰੂ ਨਾਨਕ ਦੇਵ ਜੀ ਆਪਣਾ ਵਿਚਾਰ ਰੱਖ ਰਹੇ ਨੇ, ਉਸ ਵਿਚਾਰਧਾਰਾ ਨੂੰ ਉਸੇ ਤਰ੍ਹਾਂ ਹੀ ਲੈ ਕੇ ਸਮਝਾ ਰਹੇ ਨੇ ਕਿ ਧਰਤੀ ਦੇ ਜਿਹੜੇ ਤੁਸੀਂ ਪਤਾਲ ਹੇਠਲੇ ਮੰਨਦੇ ਹੋ, ਉਹ ਵੀ ਸਦਾ ਰਹਿਣ ਵਾਲੇ ਨਹੀਂ, ਸਦਾ ਥਿਰ ਕੁਝ ਵੀ ਨਹੀਂ ਹੈ। ਅਸਤ ਏਕ ਦਿਗਰ ਕੋਈ, ਸਦਾ ਰਹਿਣ ਵਾਲਾ ਇੱਕ ਪ੍ਰਭੂ ਹੀ ਹੈ, ਦੂਜਾ ਕੌਣ ਹੈ, ਭਾਵ ਦੂਜਾ ਰਹਿਣ ਵਾਲਾ ਕੋਈ ਨਹੀਂ। ਸਰੀਰ ਕਰਕੇ ਦੁਨੀਆ ਤੇ ਕੋਈ ਨਹੀਂ ਰਹਿੰਦਾ। ਏਕ ਤੁਈ, ਏਕ ਤੁਈ, ਇੱਕ ਤੂੰ ਹੀ ਤੂੰ ਹੈ ਜੋ ਸदैव ਹੈ। ਨਾ ਸੂਰ ਸਸ ਮੰਡਲੋ। ਸੂਰ ਦਾ ਮਤਲਬ ਸੂਰਜ, ਸਸ ਦਾ ਮਤਲਬ ਸ਼ਸ਼ੀ ਯਾਨੀ ਚੰਦਰਮਾ, ਮੰਡਲੋ ਦਾ ਮਤਲਬ ਜਿਹੜਾ ਆਕਾਸ਼ ਦਿਸ ਰਿਹਾ ਹੈ, ਦਿਸਦਾ ਆਕਾਸ਼। ਨਾ ਸੂਰਜ, ਨਾ ਚੰਦਰਮਾ, ਔਰ ਨਾ ਦਿਸਦਾ ਹੋਇਆ ਆਕਾਸ਼, ਜਿਹੜੇ ਆਕਾਸ਼ ਦੇ ਅੰਦਰ ਅਨੰਤ ਤਾਰੇ ਦਿਸ ਰਹੇ ਨੇ, ਇਹਨਾਂ ਦੇ ਵਿੱਚੋਂ ਕੁਝ ਵੀ ਸਦਾ ਥਿਰ ਰਹਿਣ ਵਾਲਾ ਨਹੀਂ ਹੈ। ਸਾਰਿਆਂ ਦੇ ਅੰਦਰ ਬਦਲਾਵ ਹੋ ਰਿਹਾ ਹੈ, ਨਾਸ਼ਮਾਨ ਨੇ ਚੀਜ਼ਾਂ। ਨਾ ਸਪਤ ਦੀਪ ਨਹਿ ਜਲੋ। ਦੀਪ ਦਾ ਮਤਲਬ ਪੁਰਾਣੇ ਸਮੇਂ ਤੋਂ ਧਰਤੀ ਦੇ 7 ਹਿੱਸੇ ਮਿਥੇ ਗਏ ਨੇ ਤੇ ਹਰੇਕ ਨੂੰ ਇੱਕ ਦੀਪ ਕਿਹਾ ਜਾਂਦਾ ਹੈ। ਧਰਤੀ ਦੇ 7 ਹਿੱਸੇ ਮਿਥੇ ਨੇ ਤੇ ਉਹ ਇੱਕ ਹਿੱਸੇ ਨੂੰ ਦੀਪ ਕਹਿ ਦਿੰਦੇ ਨੇ। ਨਹਿ ਜਲੋ ਦਾ ਮਤਲਬ ਪਾਣੀ। ਨਾ ਧਰਤੀ ਦੇ 7 ਹਿੱਸੇ ਦੀਪ ਤੇ ਨਾ ਹੀ ਪਾਣੀ। ਇਹ ਸਦਾ ਰਹਿਣ ਵਾਲਾ ਨਹੀਂ, ਟਿਕਿਆ ਹੋਇਆ ਨਹੀਂ ਹੈ, ਸदैव ਨਹੀਂ ਹੈ। ਅੰਨ ਪੌਣ ਥਿਰ ਨਾ ਕੋਈ। ਕੋਈ ਦਾ ਮਤਲਬ ਕੋਈ ਵੀ, ਪੌਣ ਦਾ ਮਤਲਬ ਹਵਾ, ਅੰਨ ਦਾ ਮਤਲਬ ਅੰਨ। ਨਾ ਅੰਨ ਨਾ ਹਵਾ, ਕੋਈ ਵੀ ਥਿਰ ਰਹਿਣ ਵਾਲਾ ਨਹੀਂ, ਹਰ ਚੀਜ਼ ਨਾਸ਼ਮਾਨ ਹੈ। ਏਕ ਤੁਈ हे ਪ੍ਰਭੂ, ਇੱਕ ਤੂੰ ਹੀ ਤੂੰ ਸदैव ਰਹਿਣ ਵਾਲਾ ਹੈ। ਨਾ ਰਿਜਕ ਦਸਤ ਆ ਕਸੇ।
ਇਹਨੂੰ ਆਕ ਸੇ ਇਕੱਠਾ ਨਹੀਂ ਪੜਨਾ, ਆਪ ਵੱਖਰਾ ਪੜਨਾ ਹੈ। ਨਾ ਰਿਜ਼ਕ ਦਸਤ ਆਕਸੇ, ਦਸਤ ਦਾ ਮਤਲਬ ਹੱਥ, ਦਸਤ ਆਕਸੇ ਦਾ ਮਤਲਬ ਕਿਸੇ ਹੋਰ ਸ਼ਖਸ ਦੇ ਹੱਥ ਵਿੱਚ। ਜੋ ਜੀਵਾਂ ਦਾ ਰਿਜ਼ਕ ਹੈ ਪਰਮਾਤਮਾ ਤੋਂ ਬਿਨਾ ਹੋਰ ਕਿਸੇ ਦੇ ਹੱਥ ਵਿੱਚ ਨਹੀਂ ਹੈ। ਯਾਨੀ ਰਿਜ਼ਕ ਜਿਹੜਾ ਹੈ ਉਹ ਕਿਸੇ ਦੇ ਹੱਥ ਵਿੱਚ ਨਹੀਂ ਹੈ। ਜਿਵੇਂ ਆਮ ਧਾਰਨਾ ਬਣੀ ਸੀ ਨਾ ਕਿ ਇਸ ਦੁਨੀਆ ਨੂੰ ਪੈਦਾ ਕਰਨ ਵਾਲਾ ਬ੍ਰਹਮਾ ਹੈ, ਰਿਜ਼ਕ ਰੋਜੀ ਦੇਣ ਵਾਲਾ ਵਿਸ਼ਨੂੰ ਹੈ, ਨਾਸ਼ ਕਰਨ ਵਾਲਾ ਸ਼ਿਵ ਹੈ, ਤਾਂ ਗੁਰੂ ਜੀ ਕਹਿੰਦੇ ਨੇ ਰਿਜ਼ਕ ਕਿਸੇ ਦੇ ਹੱਥ ਵਿੱਚ ਨਹੀਂ ਹੈ ਕਿ ਕੋਈ ਰਿਜ਼ਕ ਦੇ ਸਕਦਾ ਹੈ ਔਰ ਕੋਈ ਰਿਜ਼ਕ ਖੋ ਸਕਦਾ ਹੈ, ਕਿਸੇ ਦੇ ਹੱਥ ਵਿੱਚ ਨਹੀਂ। ਇੱਕ ਸਿਸਟਮ ਹੈ, ਪ੍ਰਭੂ ਦੇ ਹੁਕਮ ਦੇ ਅੰਦਰ ਹੈ ਸਾਰਾ ਰਿਜ਼ਕ ਰੋਜੀ, ਜੋ ਵੀ ਸਾਡੇ ਜੀਵਨ ਦਾ ਪ੍ਰਬੰਧ ਹੈ ਇਹ ਰੱਬੀ ਰਜ਼ਾ ਦੇ ਵਿੱਚ ਹੈ, ਕਿਸੇ ਦੇ ਹੱਥ ਵਿੱਚ ਨਹੀਂ ਹੈ। ਜੇ ਇਹ ਚੀਜ਼ਾਂ ਸਮਝ ਆ ਜਾਣ ਨਾ ਆਮ ਜਨਤਾ ਨੂੰ ਔਰ ਇਹਨਾਂ ਚੀਜ਼ਾਂ ਤੇ ਵਿਸ਼ਵਾਸ ਕਰ ਲਿਆ ਜਾਏ ਤਾਂ ਸਾਡੇ ਬਹੁਤ ਸਾਰੇ ਮਸਲੇ ਜਿਹੜੇ ਨੇ ਹੱਲ ਹੋ ਜਾਂਦੇ। ਜਿਵੇਂ ਅਸੀਂ ਕਹਿੰਦੇ ਆ ਵੀ ਸਾਡੀ ਕਿਸਮਤ ਵਿੱਚ ਕੁਝ ਲਿਖਿਆ ਹੈ ਕਿ ਨਹੀਂ, ਲਾਟਰੀ ਨਿਕਲੇਗੀ ਕਿ ਨਹੀਂ, ਸੱਟਾ ਲੱਗੇਗਾ ਕਿ ਨਹੀਂ, ਸਾਡੇ ਕਿਵੇਂ ਕਿਸਮਤ ਵਿੱਚ ਵਾਧਾ ਹੋਵੇਗਾ, ਅਸੀਂ ਜੋਤਸ਼ੀਆਂ ਅੱਗੇ ਹੱਥ ਫੈਲਾ ਕੇ ਬੈਠੇ ਹੁੰਦੇ ਆ। ਤਾਂ ਲੋਕੀ ਸਾਧ ਬਾਬਿਆਂ ਦੇ ਅੱਗੇ ਤਰਲੇ ਲੈਂਦੇ ਫਿਰਦੇ ਨੇ, ਬਾਬਾ ਜੀ ਸਾਡੇ ਘਰ ਵਾਧਾ ਨਹੀਂ ਪੈਂਦਾ। ਤਾਂ ਕਿਸੇ ਦੇ ਹੱਥ ਵਿੱਚ ਰਿਜ਼ਕ ਹੈ ਹੀ ਨਹੀਂ। ਬਾਬੇ ਦੇ ਹੱਥ ਵਿੱਚ ਰਿਜ਼ਕ ਥੋੜਾ ਹੈ, ਕਿਸੇ ਜੋਤਸ਼ੀ ਦੇ ਹੱਥ ਵਿੱਚ ਰਿਜ਼ਕ ਥੋੜਾ ਹੈ, ਕਿਸੇ ਜੰਤਰ ਮੰਤਰ ਦੇ ਵਾਲੇ ਦੇ ਹੱਥ ਵਿੱਚ ਰਿਜ਼ਕ ਥੋੜਾ ਹੈ, ਕਿਸੇ ਸਿੱਧ ਕਰਾਮਾਤ ਦੇ ਅੰਦਰ ਬਾਬੇ ਜੋਗੀ ਦੇ ਅੰਦਰ ਹੱਥ ਵਿੱਚ ਰਿਜ਼ਕ ਥੋੜਾ ਹੈ। ਕਿਸੇ ਦੇ ਹੱਥ ਵਿੱਚ ਰਿਜ਼ਕ ਨਹੀਂ ਹੈ। ਰਿਜ਼ਕ ਤਾਂ ਸਿਸਟਮ ਦੇ ਅੰਦਰ ਹੈ, ਰੱਬੀ ਹੁਕਮ ਦੇ ਅੰਦਰ ਹੈ। ਜੇ ਚੀਜ਼ਾਂ ਸਮਝ ਆ ਜਾਣ ਨਾ ਤਾਂ ਬੰਦਾ ਇਸ ਤੇ ਅਮਲ ਕਰ ਲਵੇ ਤਾਂ ਜੋ ਸਾਡਾ ਆਰਥਿਕ ਔਰ ਮਾਨਸਿਕ ਸ਼ੋਸ਼ਣ ਹੁੰਦਾ ਨਾ ਧਰਮ ਦੇ ਨਾਮ ਤੇ, ਉਹ ਬੰਦ ਹੋ ਸਕਦਾ ਹੈ। ਲੋਕ ਜੋ ਮਾਨਸਿਕ ਤੌਰ ਤੇ ਗੁਲਾਮ ਹੋਏ ਨੇ ਨਾ, ਇਹ ਮਾਨਸਿਕ ਗੁਲਾਮੀ ਹੈ। ਕਿਸੇ ਤੋਂ ਕਿਸਮਤ ਬਦਲਣ ਦੀ ਆਸ ਰੱਖਣੀ, ਵਾਰਸ ਰਾਤ ਦੀ ਆਸ ਰੱਖਣੀ, ਤਾਂ ਇਹ ਸਾਰਾ ਸਿਸਟਮ ਜਿਹੜਾ ਹੈ ਫਿਰ ਖਤਮ ਹੋ ਜਾਏਗਾ। ਬੰਦਾ ਗਿਆਨ ਦੇ ਤਲ ਦੇ ਉੱਤੇ ਜੀਵੇਗਾ, ਆਪ ਮਿਹਨਤ ਕਰੇਗਾ। ਤਾਂ ਗੁਰੂ ਜੀ ਕਹਿੰਦੇ ਨੇ ਜਿਹੜਾ ਇਹ ਜੀਵਾਂ ਦਾ ਰਿਜ਼ਕ ਹੈ ਕਿਸੇ ਦੇ ਹੱਥ ਵਿੱਚ ਨਹੀਂ, ਪ੍ਰਭੂ ਦੇ ਹੱਥ ਵਿੱਚ ਹੈ, ਉਹਦੇ ਹੁਕਮ ਦੇ ਵਿੱਚ। ਹਮਾਰਾ ਏਕ ਆਸ ਵਸੇ, ਇਹਨੂੰ ਹਮਾਰਾ ਨਹੀਂ ਪੜਨਾ ਇਕੱਠਾ, ਹਮਾ ਵੱਖਰਾ ਪੜਨਾ ਹੈ, ਰਾ ਵੱਖਰਾ ਪੜਨਾ ਹੈ, ਕਿਉਂਕਿ ਇਹ ਸਾਰੇ ਇਹ ਫਾਰਸੀ ਦੇ ਲਫ਼ਜ਼ ਨੇ। ਹਮਾ ਦਾ ਮਤਲਬ ਹਮ ਹੈ ਯਾਨੀ ਸਭ ਸਾਰੇ, ਰਾ ਦਾ ਮਤਲਬ ਹੈਗਾ ਨੂੰ, ਵਸੇ ਦਾ ਮਤਲਬ ਬਸ ਕਾਫੀ। ਸਭ ਜੀਵਾਂ ਨੂੰ ਬਸ ਇੱਕ ਪ੍ਰਭੂ ਹੀ ਕਾਫੀ ਹੈ, ਇੱਕ ਦੀ ਹੀ ਆਸ ਹੈ। ਹਮਾ ਰਾ ਏਕ ਆਸ ਵਸੇ, ਰਾ ਦਾ ਮਤਲਬ ਨੂੰ, ਹਮਾ ਦਾ ਮਤਲਬ ਸਾਰਿਆਂ ਨੂੰ, ਸਾਰਿਆਂ ਨੂੰ ਇੱਕ ਰੱਬ ਦੀ ਹੀ ਇੱਕ ਆਸ ਹੈ। ਇੱਕ ਰੱਬ ਦੇ ਹੁਕਮ ਦੇ ਵਿੱਚ ਹੀ ਸਾਰਿਆਂ ਨੂੰ ਰਿਜ਼ਕ ਰੋਜੀ ਔਰ ਜੀਵਨ ਮਿਲ ਰਿਹਾ ਹੈ, ਕਿਸੇ ਦੇ ਹੱਥ ਵਿੱਚ ਨਹੀਂ ਹੈ। ਅਸਤ ਏਕ ਦਿਗਰ ਕੋਈ, ਅਸਤ ਦਾ ਮਤਲਬ ਹੈ, ਇੱਕ ਸदैव ਹੈ, ਦਿਗਰ ਕੋਈ ਦੂਜਾ ਕੌਣ ਹੈ ਜਿਹੜਾ ਸਦਾ ਰਹਿਣ ਵਾਲਾ ਹੈ। ਕੋਈ ਬ੍ਰਹਮਾ, ਕੋਈ ਵਿਸ਼ਨੂੰ, ਕੋਈ ਮਹੇਸ਼, ਕੋਈ ਇੰਦਰ, ਕੋਈ ਦੇਵੀ, ਕੋਈ ਦੇਵਤਾ, ਕੋਈ ਬਾਬਾ, ਕੋਈ ਫਕੀਰ, ਕੋਈ ਰਾਜਾ, ਕੋਈ ਪ੍ਰਜਾ ਸਦਾ ਰਿਹਾ ਹੈ ਇਸ ਦੁਨੀਆ ਤੇ, ਨਾ ਕੋਈ ਰਹੇਗਾ। ਇੱਕ ਤੂੰ ਹੀ ਸਦਾ ਹੈ, ਦੂਜਾ ਕੌਣ ਹੈ ਭਾਵ ਕੋਈ ਨਹੀਂ। ਏਕ ਤੁਈ, ਏਕ ਤੁਈ, ਇੱਕ ਤੂੰ ਹੀ ਤੂੰ ਹੈ। ਪਰੰਦੇ ਨਾ ਗਿਰਹਾ ਜ਼ਰ, ਇਹਨੂੰ ਜਰ ਨਹੀਂ ਪੜਨਾ, ਜ਼ਰ ਬਿੰਦੀ ਲਾ ਕੇ ਪੈਰ ਥੱਲੇ। ਪਰੰਦੇ ਦਾ ਮਤਲਬ ਪੰਛੀ, ਨਾ ਗਿਰਹਾ ਜ਼ਰ, ਪਰੰਦੇ ਗਿਰਹ ਦਾ ਮਤਲਬ ਪੰਛੀਆਂ ਦੇ ਗੰਢ ਪੱਲੇ, ਗਿਰਹ ਦਾ ਮਤਲਬ ਗੰਢ, ਜ਼ਰ ਦਾ ਮਤਲਬ ਧਨ। ਹੁਣ ਪੰਛੀਆਂ ਦੇ ਪੱਲੇ ਧਨ ਨਹੀਂ ਹੈ, ਨਾ ਤੇ ਪੰਛੀਆਂ ਦੇ ਕੋਲ ਜਿੰਨੇ ਵੀ ਕਾਂ ਕਬੂਤਰ ਚਿੜੀਆਂ ਆਦਿਕ ਨੇ, ਜੋ ਵੀ ਪੰਛੀ ਨੇ, ਨਾ ਤੇ ਉਹਨਾਂ ਕੋਲ ਬੈਂਕ ਬੈਲੈਂਸ ਹੈ, ਨਾ ਉਹਨਾਂ ਦਾ ਕੋਈ ਬੈਂਕ ਕਾਰਡ ਹੈ, ਨਾ ਉਹਨਾਂ ਕੋਈ ਸੋਨਾ ਚਾਂਦੀ ਪੱਲੇ ਬੰਦਿਆ ਹੁੰਦਾ, ਉਹਨਾਂ ਦੇ ਪੱਲੇ ਧਨ ਨਹੀਂ ਹੈ। ਪੰਛੀਆਂ ਦੇ ਪੱਲੇ ਧਨ ਕੋਈ ਨਹੀਂ ਕਿ ਉਹ ਧਨ ਖਰਚ ਕੇ ਬਾਜਰਾ ਖਰੀਦ ਲੈਣ, ਧਨ ਖਰਚ ਕੇ ਕਿਤੇ ਕਣਕ ਖਰੀਦ ਲੈਣ ਖਾਣ ਵਾਸਤੇ, ਧਨ ਖਰਚ ਕੇ ਤੇ ਉਹ ਪਾਣੀ ਖਰੀਦ ਲੈਣ ਕਿ ਪਾਣੀ ਹੁਣ ਘਟਦਾ ਜਾ ਰਿਹਾ ਹੈ ਤੇ ਮੱਛੀਆਂ ਡੱਡੂ ਪੈਸੇ ਇਕੱਠੇ ਕਰਨ ਤੇ ਖਰੀਦ ਲੈਣ ਪਾਣੀ। ਉਹਨਾਂ ਦੇ ਪੱਲੇ ਧਨ ਨਹੀਂ ਹੈ ਜਿੰਨੇ ਵੀ ਪੰਛੀ ਆਦਿਕ ਨੇ। ਦਰਖਤ ਆਵ ਆਸ ਕਰ, ਆਪ ਦਾ ਮਤਲਬ ਪਾਣੀ, ਦਰਖਤ ਇਹਦਾ ਮਤਲਬ ਦਰਖਤ,
ਜਿਹੜੇ ਰੁੱਖ ਨੇ ਪ੍ਰਭੂ ਦੇ ਬਣਾਏ ਹੋਏ, ਉਹਨਾਂ ਦਾ ਆਸਰਾ ਹੈ, ਸਿਰਫ ਉਹਨਾਂ ਦਾ ਆਸਰਾ ਲੈਂਦੇ ਨੇ। ਪੰਛੀਆਂ ਦੇ ਕੋਲ ਕੋਈ ਪੈਸਾ ਨਹੀਂ ਉਹਨਾਂ ਦੇ ਪੱਲੇ। ਦਰਖਤ ਆਸ ਕਰ, ਉਹਨਾਂ ਨੂੰ ਆਸ ਹੈ ਪਾਣੀ ਦੀ, ਦਰਖਤਾਂ ਦੀ ਕਿਸੇ ਛੱਪੜ ਚੋਂ ਪਾਣੀ ਪੀ ਲਿਆ ਔਰ ਕਿਸੇ ਰੁੱਖ ਦਾ ਫਲ ਖਾ ਲਿਆ, ਫੁੱਲ ਖਾ ਲਏ। ਇਹਨਾਂ ਦੀ ਉਹਨਾਂ ਨੂੰ ਆਸ ਹੈ ਔਰ ਖੁਸ਼ ਨੇ। ਦਿਹੰਦ ਸੂਈ, ਸੂਈ ਦਾ ਮਤਲਬ ਸੋਈ, ਦਿਹੰਦ ਦਾ ਮਤਲਬ ਦੇਣ ਵਾਲਾ। ਤਾਂ ਇਹ ਜੋ ਪੰਛੀ ਨੇ, ਇਹਨਾਂ ਨੂੰ ਰਿਜ਼ਕ ਦੇਣ ਵਾਲਾ ਵੀ ਉਹੀ ਹੈ। ਸੂਈ ਦਾ ਮਤਲਬ ਸੋਈ, ਉਹ ਦਿਹੰਦ ਦਾ ਮਤਲਬ ਦੇਣ ਵਾਲਾ। ਪੰਛੀਆਂ ਦੇ ਪੱਲੇ ਧਨ ਨਹੀਂ, ਗੰਢ ਨਹੀਂ, ਉਹ ਕੋਈ ਸੋਨਾ ਚਾਂਦੀ ਨਹੀਂ ਬੰਨੀ ਫਿਰਦੇ, ਉਹਨਾਂ ਕੋਲ ਕੋਈ ਬੈਂਕ ਬੈਲੈਂਸ ਨਹੀਂ ਹੈ। ਉਹਨਾਂ ਨੂੰ ਰਿਜ਼ਕ ਦੇਣ ਵਾਲਾ, ਜੀਵਨ ਦੇਣ ਵਾਲਾ ਵੀ ਰੱਬ ਹੈ। ਰੱਬੀ ਰਜ਼ਾ ਦੇ ਅੰਦਰ ਉਹਨਾਂ ਦਾ ਜੀਵਨ ਚੱਲ ਰਿਹਾ ਹੈ। एक तू ही हे प्रभु, एक तू ही तू है सारे संसार ਦਾ ਸੰਚਾਲਨ ਕਰਨ ਵਾਲਾ। ਨਾਨਕ ਲਿਲਾਰ ਲਿਖਿਆ ਸੋਏ। ਲਿਲਾਰ ਦਾ ਮਤਲਬ ਹੈ ਲਿਲਾਟ, ਲਿਲਾਟ ਦਾ ਮਤਲਬ ਮੱਥਾ, ਤੇ ਲਿਲਾਰ ਦੇ ਰਾਰੇ ਨਾਲ ਸਿਹਾਰੀ ਹੈ, ਜਿਸ ਦਾ ਮਤਲਬ ਲਿਲਾਟ ਤੇ ਮੱਥੇ ਤੇ। ਲਿਖਿਆ ਸੋਏ, ਜੀਵਾਂ ਦੇ ਮੱਥੇ ਤੇ ਜੋ ਕਰਤਾਰ ਵੱਲੋਂ ਲਿਖਿਆ ਗਿਆ ਹੈ, ਜੀਵਾਂ ਦੇ ਮੱਥੇ ਤੇ ਜੋ ਕਰਤਾਰ ਵੱਲੋਂ ਲਿਖਿਆ ਗਿਆ ਹੈ। ਨਾਨਕ ਲਿਲਾਰ ਲਿਖਿਆ ਸੋਏ, ਜੋ ਮੱਥੇ ਤੇ ਲਿਖਿਆ ਗਿਆ ਹੈ, ਮੇਟ ਨਾ ਸਕੇ ਕੋਈ, ਉਹਨੂੰ ਕੋਈ ਮਿਟਾ ਨਹੀਂ ਸਕਦਾ। ਹੁਣ ਇਹ ਚੀਜ਼ ਸਮਝਣ ਵਾਲੀ ਹੈ, ਕਿਉਂਕਿ ਇੱਥੇ ਭੁਲੇਖਾ ਪੈਂਦਾ ਹੈ ਤੇ ਇੰਜ ਲੱਗਦਾ ਹੈ ਕਿ ਜਿਵੇਂ ਰੱਬ ਨੇ ਸਾਡੇ ਮੱਥੇ ਤੇ ਕੁਝ ਲਿਖਿਆ ਹੋਇਆ ਹੈ ਤੇ ਉਸ ਲਿਖੇ ਮੁਤਾਬਕ ਸਾਨੂੰ ਮਿਲਦਾ ਹੈ। ਪਾਵਨ ਬਾਣੀ ਵਿੱਚ ਹੋਰ ਥਾਂ ਵੀ ਇੱਕ ਤੁਕ ਹੁੰਦੀ ਹੈ, ਲਿਖਿਆ ਲੇਖ ਨਾ ਮਿਟਈ ਹੀ ਸਖੀ, ਜੋ ਲਿਖਿਆ ਕਰਤਾਰ, ਕਿ ਜੋ ਕਰਤਾਰ ਨੇ ਲੇਖ ਲਿਖ ਦਿੱਤਾ ਹੈ ਉਹ ਮਿਟ ਨਹੀਂ ਸਕਦਾ। ਤੇ ਤੁਸੀਂ ਇੰਡੀਆ ਦੇ ਅੰਦਰ ਆਮ ਦੇਖਿਆ ਹੋਵੇਗਾ, ਜਦੋਂ ਕਿਸੇ ਮ੍ਰਿਤਕ ਪ੍ਰਾਣੀ ਦਾ ਅੰਤਮ ਸੰਸਕਾਰ ਕਰੀਦਾ ਨਾ, ਤੇ ਤੀਜੇ ਜਾਂ ਚੌਥੇ ਦਿਨ ਜਦੋਂ ਵੀ ਉਹਦੀਆਂ ਅਸਥੀਆਂ, ਜਿਨ੍ਹਾਂ ਨੂੰ ਅਸੀਂ ਫੁੱਲ ਕਹਿ ਦਿੰਦੇ ਹਾਂ, ਚੁੱਗਣ ਵਾਸਤੇ ਜਾਂਦੇ ਨੇ, ਤਾਂ ਖਾਸ ਕਰਕੇ ਉੱਥੇ ਜੋ ਬਜ਼ੁਰਗ ਨੇ ਨਾ, ਉਹ ਫਿਰ ਜਿਹੜੀ ਬੰਦੇ ਦੀ ਖੋਪਰੀ ਹੁੰਦੀ ਹੈ ਉਹਨੂੰ ਫੜ ਕੇ ਜ਼ਰੂਰ ਵੇਖਦੇ ਨੇ, ਤੇ ਸਾਫ਼ ਉਹਦੇ ਉੱਤੇ ਨਾ ਕੋਈ ਲਾਈਨਾਂ ਦੀਆਂ ਹੋਣਗੀਆਂ ਤੇ ਕਹਿਣਗੇ ਦੇਖੋ ਆ ਮੱਥੇ ਦੇ ਉੱਤੇ ਲਿਖਿਆ ਹੈ, ਮੱਥੇ ਦੇ ਲੇਖ ਨੇ। ਤੇ ਫਿਰ ਕੋਲ ਕੋਈ ਪੜ੍ਹਿਆ ਲਿਖਿਆ ਹੋਵੇ ਨਾ ਬੱਚਾ, ਤਾਂ ਉਹਨੂੰ ਕਹਿਣਗੇ ਵੇਖੋ ਕਾਕਾ, ਪੜ੍ਹ ਕੇ ਵੇਖ ਕੇ ਕੋਈ ਪੜ੍ਹਿਆ ਜਾਂਦਾ ਕੁਛ, ਤਾਂ ਹੁਣ ਉਹ ਕੀ ਪੜ੍ਹਿਆ ਜਾਏਗਾ। ਯਾਨੀ ਇਹ ਸਮਝਿਆ ਜਾਂਦਾ ਹੈ ਕਿ ਮੱਥੇ ਦੇ ਉੱਤੇ ਰੱਬ ਲੇਖ ਲਿਖ ਕੇ ਭੇਜਦਾ ਹੈ ਤੇ ਉਹਦੇ ਮੁਤਾਬਕ ਸਾਨੂੰ ਸੁੱਖ ਔਰ ਦੁੱਖ ਮਿਲਦੇ ਨੇ। ਇਸ ਵਿਚਾਰ ਤੋਂ ਹੀ ਅੱਗੇ ਮੱਥੇ ਦੇ ਲੇਖ ਪੜਨ ਵਾਲੇ, ਜੇ ਮੰਨ ਲਿਆ ਜਾਏ ਕਿ ਰੱਬ ਲਿਖ ਕੇ ਭੇਜਦਾ ਹੈ ਕਿਸਮਤ, ਤਾਂ ਫਿਰ ਅਗਲਾ ਕੰਮ ਆਟੋਮੈਟਿਕਲੀ ਸ਼ੁਰੂ ਹੋ ਜਾਂਦਾ ਹੈ। ਫਿਰ ਉਸ ਲਿਖੇ ਨੂੰ ਪੜਨ ਵਾਲੇ ਵੀ ਮਿਲ ਜਾਣਗੇ ਵੀ ਮੈਂ ਪੜ ਸਕਦਾ ਹਾਂ। ਤੇ ਜਦੋਂ ਇਹ ਪਤਾ ਲੱਗ ਜਾਏ ਕਿ ਇਹ ਬੰਦਾ ਲੇਖ ਪੜ ਸਕਦਾ ਹੈ, ਵੀ ਇਹਦੇ ਮੱਥੇ ਤੇ ਇਹ ਕੁਝ ਲਿਖਿਆ ਹੈ, ਤੇ ਅਗਲੀ ਪੌੜੀ ਫਿਰ ਸ਼ੁਰੂ ਹੋ ਜਾਂਦੀ ਹੈ, ਵੀ ਇਹਦਾ ਮਤਲਬ ਇਹ ਲੇਖ ਬਦਲਣ ਵਾਸਤੇ ਵੀ ਕੋਈ ਸਾਧਨ ਦੱਸ ਸਕਦਾ ਹੈ। ਤੇ ਉਹ ਫਿਰ ਦੱਸਣ ਵੀ ਲੱਗ ਜਾਂਦੇ ਨੇ, ਤੇ ਉਸ ਤੋਂ ਬਾਅਦ ਫਿਰ ਫੀਸ ਜਿਹੜੀ ਉਹ ਸ਼ੁਰੂ ਹੋ ਜਾਂਦੀ ਹੈ। ਆ ਜਿੰਨੇ ਵੀ ਆ ਬਾਬਾਵਾਦ ਹੈ ਜਾਂ ਜੋਤਸ਼ੀਵਾਦ ਹੈ, ਸਾਰਾ ਇਸੇ ਬੇਸ ਦੇ ਉੱਤੇ ਚੱਲਦਾ ਹੈ। ਹੁਣ ਮੱਥੇ ਦਾ ਲੇਖ, ਰਜਾ, ਭਾਣਾ, ਇਹਨੂੰ ਅਸੀਂ ਮਿਟਾ ਨਹੀਂ ਸਕਦੇ, ਲੇਕਿਨ ਇਹਦਾ ਐਕਸਪਲੇਨੇਸ਼ਨ ਗਲਤ ਕੀਤੀ ਗਈ ਹੈ। ਲੇਖ, ਰਜਾ, ਭਾਣਾ, ਹੁਕਮ, ਇਹ ਸਭ ਦਾ ਇੱਕ ਸ਼ਬਦ ਹੈ ਸਿਸਟਮ। ਜੋ ਕੁਦਰਤ ਦੇ ਨਿਯਮ ਨੇ ਉਹਨਾਂ ਨੂੰ ਕੋਈ ਮਿਟਾ ਨਹੀਂ ਸਕਦਾ। ਸਾਡੇ ਮੱਥੇ ਤੇ ਲਿਖਿਆ ਹੈ ਮਤਲਬ ਕਿ ਇੱਕ ਸਿਸਟਮ ਹੈ ਕਿ ਅਸੀਂ ਆਕਸੀਜਨ ਨਾਲ ਜਿੰਦਾ ਰਹਿਣਾ ਹੈ। ਤਾਂ ਕੀ ਕੋਈ ਦੇਵੀ ਦੇਵਤਾ, ਜੋਤਸ਼ੀ ਬਾਬਾ ਮਿਟਾ ਸਕਦਾ ਹੈ ਇਸ ਲੇਖ ਨੂੰ, ਇਸ ਸਿਸਟਮ ਨੂੰ, ਇਸ ਹੁਕਮ ਨੂੰ? ਤੇ ਕੋਈ ਕਾਰਬਨ ਮੋਨੋਆਕਸਾਈਡ ਨਾਲ ਜਿੰਦਾ ਰਹਿ ਸਕਦਾ ਹੈ? ਨਹੀਂ ਰਹਿ ਸਕਦਾ। ਤਾਂ ਜੋ ਲੇਖ ਲਿਖਿਆ ਹੈ ਨਾ ਮੱਥੇ ਤੇ, ਉਹਨੂੰ ਕੋਈ ਮਿਟਾ ਨਹੀਂ ਸਕਦਾ। ਭਾਵ ਕਿ ਰੱਬੀ ਹੁਕਮ ਤੋਂ ਉਲਟ ਕੁਝ ਨਹੀਂ ਕੀਤਾ ਜਾ ਸਕਦਾ, ਪਹਿਲੀ ਗੱਲ। ਦੂਜੀ ਗੱਲ, ਇਹ ਲੇਖ ਅਸੀਂ ਆਪ ਲਿਖਦੇ ਹਾਂ। ਜਿਵੇਂ ਨਿੱਕਾ ਜਿਹਾ ਇੱਕ ਬੱਚਾ ਹੁੰਦਾ ਹੈ ਤਾਂ ਉਹਦੇ ਅੰਦਰ ਸ਼ੁੱਧਤਾ ਹੁੰਦੀ ਹੈ, ਸਪਸ਼ਟਤਾ ਹੁੰਦੀ ਹੈ, ਭੋਲਾਪਨ ਹੁੰਦਾ ਹੈ, ਸਚਾਈ ਹੁੰਦੀ ਹੈ, ਕੋਈ ਝੂਠ ਫਰੇਬ ਵਿਕਾਰ ਨਹੀਂ ਹੁੰਦੇ ਨਿੱਕੇ ਨਿੱਕੇ ਬੱਚਿਆਂ ਵਿੱਚ। ਹਿੰਦੂ, ਮੁਸਲਮਾਨ, ਸਿੱਖਾਂ ਦੇ ਬੱਚੇ ਇਕੱਠੇ ਇੱਕ ਪਾਰਕਾਂ ਦੇ ਵਿੱਚ ਖੇਲਦੇ ਨੇ,
ਲੇਕਿਨ ਜਿਵੇਂ ਜਿਵੇਂ ਉਹ 18 20 22 ਸਾਲ ਦੇ ਹੋ ਜਾਂਦੇ ਨੇ, ਉਹ ਇੱਕ ਦੂਜੇ ਦੇ ਵੈਰੀ ਬਣ ਜਾਂਦੇ ਨੇ ਧਰਮ ਦੇ ਨਾਮ ਦੇ ਉੱਤੇ। ਹੁਣ ਲੇਖ ਲਿਖਿਆ ਗਿਆ ਨਾ, ਸੰਸਕਾਰ ਉਹਨਾਂ ਦੇ ਅੰਦਰ ਪੈ ਗਏ ਜੋ ਅਸੀਂ ਸਿੱਖਦੇ ਜਾ ਰਹੇ ਹਾਂ ਹਰ ਰੋਜ਼, ਉਹ ਲੇਖ ਲਿਖ ਰਹੇ ਹਾਂ। ਸਾਡੇ ਅੰਦਰ ਸੰਸਕਾਰ ਪੈਦਾ ਹੋ ਰਹੇ ਨੇ, ਸਾਡੇ ਅੰਦਰ ਨਿਊਰੋਨਲ ਪੈਟਰਨ ਬਣ ਰਿਹਾ ਹੈ, ਸਾਡੀਆਂ ਆਦਤਾਂ ਬਣ ਰਹੀਆਂ ਨੇ, ਸਾਡਾ ਸੁਭਾਅ ਬਣ ਰਿਹਾ ਹੈ। ਤੇ ਇਹ ਜੋ ਆਦਤਾਂ ਨੇ ਨਾ ਸਾਡੀਆਂ, ਸਾਡਾ ਸੁਭਾਅ ਜੋ ਬਣ ਗਿਆ ਕਿਸੇ ਬੰਦੇ ਦਾ, ਇਹੀ ਲੇਖ ਹੈ ਜਿਹੜਾ ਅਸੀਂ ਆਪ ਲਿਖਿਆ। ਕਿਸੇ ਨੇ ਆਦਤਾਂ ਚੰਗੀਆਂ ਬਣਾ ਲਈਆਂ, ਕਿਸੇ ਨੇ ਮਾੜੀਆਂ। ਹੁਣ ਇਹਨਾਂ ਆਦਤਾਂ ਨੂੰ ਕੋਈ ਨਹੀਂ ਮਿਟਾ ਸਕਦਾ। ਜੇ ਕੋਈ ਕਹੇ ਕਿ ਮੰਤਰ ਮਾਰ ਕੇ ਆਦਤਾਂ ਮਿਟਾ ਦੇਵੇ, ਕੋਈ ਬਾਬਾ ਵਰ ਦੇ ਤੇ ਤੂੰ ਵੀ ਕੱਲ ਤੋਂ ਚੰਗਾ ਹੋ ਜਾਏਗਾ, ਐਵੇਂ ਨਹੀਂ ਹੁੰਦਾ। ਇਹ ਜੇਕਰ ਆਦਤਾਂ ਬਦਲਣੀਆਂ ਤੇ ਸਿਸਟਮ ਦੇ ਵਿੱਚ ਹੀ ਬਦਲਣਗੀਆਂ। ਜਿਵੇਂ ਮੈਂ ਪਹਿਲਾਂ ਆਪ ਨਾਲ ਬੇਨਤੀ ਕੀਤੀ ਸੀ ਕਿ ਕੋਈ ਵੀ ਇਵੈਂਟ ਜਿਹੜਾ ਹੈ ਨਾ, ਐਕਟੀਵਿਟੀ ਇਵੈਂਟ ਜਿਹੜਾ ਹੈ, ਉਹ ਸਾਡੇ ਅੰਦਰ ਥਾਟਸ ਪੈਦਾ ਕਰਦਾ ਹੈ, ਵਿਚਾਰ ਪੈਦਾ ਕਰਦਾ ਹੈ। ਸਾਡੇ ਅੰਦਰ ਬਿਲੀਫ ਸਿਸਟਮ ਸਾਡਾ ਕੰਮ ਕਰਦਾ ਹੈ, ਸਾਡੇ ਅੰਦਰ ਵਿਸ਼ਵਾਸ ਪੈਦਾ ਹੁੰਦਾ ਹੈ। ਐਕਟੀਵਿਟੀ ਇਵੈਂਟ, ਉਸ ਤੋਂ ਬਾਅਦ ਬਿਲੀਫ ਸਿਸਟਮ। ਸਾਡਾ ਬਿਲੀਫ ਕੀ ਹੈ, ਵਿਚਾਰ, ਸਾਡਾ ਵਿਸ਼ਵਾਸ ਕੀ ਹੈ। ਤੇ ਉਹ ਜੋ ਸਾਡੇ ਅੰਦਰ ਥਾਟਸ ਪੈਦਾ ਹੁੰਦੇ ਨੇ, ਉਸ ਥਾਟਸ ਤੋਂ, ਵਿਚਾਰ ਤੋਂ ਸਾਡੇ ਅੰਦਰ ਫਿਰ ਇਮੋਸ਼ਨ ਪੈਦਾ ਹੁੰਦੇ ਨੇ। ਤੇ ਉਹ ਜਿਹੜੇ ਇਮੋਸ਼ਨ ਨੇ ਸਾਡੇ ਉੱਤੇ ਦੋ ਤਰ੍ਹਾਂ ਪ੍ਰਭਾਵ ਪਾਉਂਦੇ ਨੇ, ਇੱਕ ਮੈਂਟਲੀ ਮਾਨਸਿਕ ਤੌਰ ਤੇ, ਔਰ ਇੱਕ ਫਿਜ਼ੀਕਲੀ ਸਰੀਰਕ ਤੌਰ ਤੇ। ਉਹ ਜਿਹੜੇ ਇਮੋਸ਼ਨਸ ਸਾਡੇ ਅੰਦਰ ਪੈਦਾ ਹੋਏ, ਉਹਨਾਂ ਨੇ ਸਾਡੇ ਅੰਦਰ ਵਿਚਾਰ, ਫਿਰ ਅੱਗੇ ਵਿਚਾਰ ਪੈਦਾ ਕੀਤੇ, ਤੇ ਉਹ ਜਿਹੜਾ ਇਮੋਸ਼ਨ ਨੇ ਨਾ, ਉਹਨਾਂ ਤੋਂ ਫਿਰ ਸਾਡਾ ਬਿਹੇਵੀਅਰ ਬਣਦਾ ਹੈ। ਕੋਈ ਐਕਟੀਵਿਟੀ ਇਵੈਂਟ ਤੋਂ ਸਾਡੇ ਅੰਦਰ ਵਿਚਾਰ ਪੈਦਾ ਹੋਏ, ਉਹਨਾਂ ਵਿਚਾਰਾਂ ਤੋਂ ਸਾਡੇ ਅੰਦਰ ਇਮੋਸ਼ਨਸ ਪੈਦਾ ਹੋਏ, ਉਸ ਇਮੋਸ਼ਨ ਤੋਂ ਸਾਡੇ ਅੰਦਰ ਫਿਰ ਅਸੀਂ ਬਿਹੇਵੀਅਰ ਸਾਡਾ ਪੈਦਾ ਹੋਇਆ, ਤੇ ਉਹ ਬਿਹੇਵੀਅਰ ਤੋਂ ਫਿਰ ਸਾਡੇ ਅੰਦਰ ਇੱਕ ਇਵੈਂਟ ਪੈਦਾ ਹੋ ਗਿਆ। ਉਹਦੇ ਤੋਂ ਫਿਰ ਸਾਡੇ ਅੰਦਰ ਵਿਸ਼ਵਾਸ ਪੈਦਾ, ਬਿਲੀਫ, ਵਿਚਾਰ ਪੈਦਾ ਹੋਏ। ਉਹਨਾਂ ਵਿਚਾਰਾਂ ਤੋਂ ਫਿਰ ਇਮੋਸ਼ਨਸ ਪੈਦਾ ਹੋਏ, ਉਹਨਾਂ ਇਮੋਸ਼ਨ ਤੋਂ ਫਿਰ ਅਸੀਂ ਬਿਹੇਵ ਕੀਤਾ। ਇਸ ਤਰ੍ਹਾਂ ਇਹ ਜਿਹੜਾ ਹੈ ਰਿਪੀਟੀਸ਼ਨ ਜਿਹੜੀ ਹੈ, ਅਸੀਂ ਸਿੱਖਦੇ ਜਾਂਦੇ ਹਾਂ, ਨਿਊਰੋਨਲ ਪੈਟਰਨ ਬਣ ਜਾਂਦਾ ਹੈ, ਤੇ ਫਿਰ ਉਹਨੂੰ ਬਦਲਣਾ ਬੜਾ ਮੁਸ਼ਕਲ ਹੁੰਦਾ ਹੈ। ਹਾਂ, ਇਹ ਗੱਲ ਵੱਖਰੀ ਹੈ ਕਿ ਅੱਗੇ ਇਸ ਨੂੰ ਡਿਸਪਿਊਟ ਕਿਵੇਂ ਕਰਨਾ ਹੈ। ਇਹ ਜਿਹੜੇ ਸਾਡੇ ਵਿਚਾਰ ਬਣ ਗਏ ਨੇ ਨੈਗੇਟਿਵ, ਤਾਂ ਉਹਨਾਂ ਨੂੰ ਪੋਜ਼ਿਟਿਵ ਕਿਵੇਂ ਕਰਨਾ ਹੈ, ਇਹ ਇੱਕ ਅਗਲੀ ਗੱਲ ਹੈ। ਲੇਕਿਨ ਇਸ ਬਣੇ ਹੋਏ ਸੁਭਾਅ ਨੂੰ ਮਿਟਾ ਨਹੀਂ ਕੋਈ ਸਕਦਾ। ਜੇ ਅਸੀਂ ਕਹੀਏ ਕਿ ਅਸੀਂ ਸੋਚੀਏ ਤੇ ਮਾੜਾ, ਬੋਲੀਏ ਮਾੜਾ, ਕਰੀਏ ਮਾੜਾ, ਤੇ ਉਹਦਾ ਫਲ ਸਾਨੂੰ ਚੰਗਾ ਮਿਲੇ, ਸਾਡੀ ਆਦਤਾਂ ਚੰਗੀਆਂ ਬਣ ਜਾਣ, ਤਾਂ ਐਵੇਂ ਤੇ ਨਹੀਂ ਨਾ ਹੋਣਾ, ਕਿਉਂਕਿ ਸਿਸਟਮ ਹੈ, ਇਹਨੂੰ ਕੋਈ ਮਿਟਾ ਨਹੀਂ ਸਕਦਾ। ਹਿਰੇ ਸੂਈ, ਸੂਈ ਦਾ ਮਤਲਬ ਸੂਈ, ਕਲਾ ਦਾ ਮਤਲਬ ਸੱਤਿਆ, ਧਰੇ ਦਾ ਮਤਲਬ ਧਰਦਾ ਹੈ, ਟਿਕਾਉਂਦਾ ਹੈ। ਹੀਰੇ ਦਾ ਮਤਲਬ ਚੁਰਾ ਲੈਂਦਾ ਹੈ, ਖੋਹ ਲੈਂਦਾ ਹੈ। ਸੂਈ ਦਾ ਮਤਲਬ ਉਹੀ ਮਨੁੱਖ ਦੇ ਅੰਦਰ ਉਹੀ ਸੱਤਿਆ ਪਾਉਂਦਾ ਹੈ ਤੇ ਉਹੀ ਖੋਹ ਲੈਂਦਾ ਹੈ। ਯਾਨੀ ਰੱਬੀ ਹੁਕਮ ਦੇ ਅੰਦਰ ਸਾਨੂੰ ਜੀਵਨ ਮਿਲਦਾ ਹੈ, ਤੇ ਰੱਬੀ ਹੁਕਮ ਦੇ ਅੰਦਰ ਹੀ ਸਾਨੂੰ ਮੌਤ ਮਿਲਦੀ ਹੈ। ਹੁਣ ਇੱਥੇ ਇਹ ਨਹੀਂ ਵੀ ਉਹ ਆਪ ਆਣ ਕੇ ਹੱਥ ਦੇ ਨਾਲ ਸਾਡੇ ਸਰੀਰ ਵਿੱਚ ਜਾਨ ਪਾ ਜਾਂਦਾ ਹੈ ਤੇ ਫਿਰ ਮੁੜ ਕੇ ਕੱਢ ਕੇ ਲੈ ਜਾਂਦਾ ਹੈ। ਸਿਸਟਮ ਹੈ, ਇੱਕੋ ਵਾਰੀ ਬਣਾ ਦਿੱਤਾ ਗਿਆ ਹੈ, ਜੋ ਕੁਛ ਪਾਇਆ ਸੋ ਏਕਾ ਵਾਰ। ਰੱਬੀ ਹੁਕਮ ਦੇ ਅੰਦਰ ਹੀ ਸਾਡੇ ਵਿੱਚ ਜਾਨ ਪੈਂਦੀ ਹੈ, ਤੇ ਰੱਬੀ ਹੁਕਮ ਵਿੱਚ ਜਾਨ ਨਿਕਲ ਜਾਂਦੀ ਹੈ। ਆਪ ਹੀ ਕਲਾ ਧਰਦਾ ਹੈ ਤੇ ਆਪ ਹੀ ਉਹਨੂੰ ਖਿੱਚ ਲੈਂਦਾ ਹੈ। ਭਾਵ ਅਰਥ ਇਹ ਹੈ ਕਿ ਰੱਬੀ ਹੁਕਮ ਦੇ ਅੰਦਰ ਹੀ ਜੀਵਨ ਹੈ, ਔਰ ਰੱਬੀ ਹੁਕਮ ਦੇ ਅੰਦਰ ਹੀ ਮੌਤ ਹੈ। एक तू ही हे प्रभु, एक तू ही तू है, तेरे तो बिना इत्थे सदा रहन वाला जिहड़ा है वो कोई भी नहीं। सच्चा तेरा हुक्म गुरमुख जानिया। गुरमुख ਦਾ ਮਤਲਬ ਜੋ ਗੁਰੂ ਦੇ ਸਨਮੁਖ ਹੁੰਦੇ ਨੇ। ਗੁਰੂ ਦੇ ਸਨਮੁਖ ਹੋਣ ਦਾ ਮਤਲਬ ਮੱਥਾ ਟੇਕਣਾ ਨਹੀਂ ਹੈ। ਗੁਰੂ ਦੇ ਸਨਮੁਖ ਹੋਣ ਦਾ ਮਤਲਬ ਹੈ ਗੁਰੂ ਦੀ ਰਜ਼ਾ ਭਾਣੇ ਵਿੱਚ ਰਹਿਣਾ, ਗੁਰੂ ਦੀ ਸਿੱਖਿਆ ਮੁਤਾਬਕ ਜ਼ਿੰਦਗੀ ਜੀਣੀ। ਜਿਵੇਂ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰੀਏ ਤੇ ਆਪਣੀ ਕਰੀਏ, ਤਾਂ ਰਾਜਨੀਤਿਕ, ਧਾਰਮਿਕ, ਆਰਥਿਕ, ਸਮਾਜਿਕ, ਸਰੀਰਕ, ਮਾਨਸਿਕ, ਬੌਧਿਕ, ਆਤਮਿਕ, ਪਰਿਵਾਰਕ, ਵਿਵਹਾਰਕ ਤੌਰ ਤੇ ਜੋ ਸਾਡੀ ਮੁਕੰਮਲ ਜ਼ਿੰਦਗੀ ਹੈ, ਗੁਰਬਾਣੀ ਮੁਤਾਬਕ ਜੀਣਾ, ਤੇ ਜਿਹੜਾ ਗੁਰਬਾਣੀ ਮੁਤਾਬਕ ਮੁਕੰਮਲ ਜ਼ਿੰਦਗੀ ਜੀ ਰਿਹਾ ਹੈ, ਉਹਨੂੰ ਕਹਿੰਦੇ ਨੇ ਗੁਰੂ ਦੇ ਸਨਮੁਖ ਹੋਣਾ। ਉਹ ਗੁਰੂ ਦੇ ਸਾਹਮਣੇ ਸੁਰਖਰੂ ਹੋਣ ਵਾਲਾ ਹੈ, ਹੋ ਸਕਦਾ ਹੈ, ਯਾਨੀ ਗੁਰੂ ਦੇ ਹੁਕਮ ਨੂੰ ਮੰਨਣਾ।
कि हे मालिक तेरा हुक्म सदा थिर रहने वाला है, सच्चा है। तेरे हुक्म दे अंदर कोई उकाई नहीं है। हुक्म का मतलब सिस्टम, जो लॉ ऑफ नेचर है, कुदरती नियम ने, इन्हां दे अंदर कोई उकाई नहीं, ये बिल्कुल सच्चे ने। ਤੇ ਇਹ ਜਾਣੇ ਕਿਵੇਂ ਜਾਂਦੇ ਨੇ? ਗੁਰਮੁਖ ਜਾਣਿਆ, ਕਿਸੇ ਗੁਰਮੁਖ ਨੇ ਇਹ ਗੱਲ ਜਾਣੀ ਹੈ, ਸਮਝੀਏ, ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਦਾ ਹੈ, ਜੋ ਗੁਰੂ ਦੀ ਮੱਤ ਦਾ ਧਾਰਨੀ ਹੁੰਦਾ ਹੈ, ਉਹ ਬੰਦਾ ਇਸ ਗੱਲ ਨੂੰ ਜਾਣ ਲੈਂਦਾ ਹੈ, ਉਹ ਇਸ ਗੱਲ ਨੂੰ ਸਮਝ ਲੈਂਦਾ ਹੈ, ਉਹ ਇਸ ਗੱਲ ਨੂੰ ਅਪਣਾ ਲੈਂਦਾ ਹੈ। ਤੇ ਜਿਸ ਨੇ ਗੁਰੂ ਦੇ ਚਰਨਾਂ ਦੀ ਸ਼ਰਨ ਨਹੀਂ ਨਾ ਲਈ, ਉਹ ਵਿਚਾਰਾ ਫਿਰ ਭਟਕਦਾ ਰਹਿੰਦਾ ਹੈ। ਉਹ ਇਹ ਸਮਝਦਾ ਹੈ ਵੀ ਜੋਤਸ਼ੀ ਵੀ ਕੁਝ ਕਰ ਸਕਦਾ ਹੈ, ਬਾਬੇ ਵੀ ਕੁਝ ਕਰ ਸਕਦੇ ਨੇ, ਹੋਰ ਵੀ ਕੁਝ ਹੋ ਸਕਦਾ ਹੈ, ਜੰਤਰਾਂ ਮੰਤਰਾਂ ਨਾਲ ਵੀ ਕੁਝ ਹੋ ਸਕਦਾ ਹੈ, ਭੂਤ ਪ੍ਰੇਤਾਂ ਨਾਲ ਵੀ ਕੁਝ ਹੋ ਸਕਦਾ ਹੈ। ਉਹ ਇਸ ਚੀਜ਼ ਨੂੰ ਸਮਝਦਾ ਹੈ। ਤੇ ਇਸ ਚੀਜ਼ ਨੂੰ ਤੇ ਅੱਜ ਕੱਲ ਇੱਕ ਉਹ ਕਹਾਣੀ ਜਿਹੀ ਹੈ, ਜਿੰਨ ਵੀ ਸਮਝਣ ਲੱਗ ਗਏ ਨੇ ਕਿ ਸਿਸਟਮ ਜਿਹੜਾ ਨਾ ਉਹਨੂੰ ਨਹੀਂ ਬਦਲਿਆ ਜਾ ਸਕਦਾ। ਵੈਸੇ ਜਿੰਨ ਜੁਨ ਹੁੰਦੇ ਨਹੀਂ, ਕਹਾਣੀ ਹੈ ਸਿਰਫ। ਕਹਿੰਦੇ ਨੇ ਕਿਸੇ ਨੇ ਤਪੱਸਿਆ ਕੀਤੀ ਤੇ ਉਹਨੂੰ ਕਿਸੇ ਬਾਬੇ ਨੇ ਬੋਤਲ ਦੇ ਦਿੱਤੀ ਤੇ ਉਹਦੇ ਵਿੱਚ ਸੀ ਜਿੰਨ। ਤੇ ਉਹਨੇ ਢੱਕਣ ਖੋਲਿਆ ਤੇ ਜਿੰਨ ਵਿੱਚੋਂ ਹਾ 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 ਕਰਦਾ ਨਿਕਲਿਆ, ਕਹਿੰਦਾ ਬਤਾ ਮੇਰੇ ਆਕਾ ਕਿਆ ਹੁਕਮ ਹੈ, ਜਿਵੇਂ ਤੁਸੀਂ ਵੇਖਦੇ ਹੋ ਫਿਲਮਾਂ ਵਿੱਚ। ਤੇ ਉਹ ਬੰਦਾ ਕਹਿਣ ਲੱਗਾ ਵੀ ਸੱਜਣਾ, ਲੋਕਾਂ ਨੂੰ ਤੰਗੀ ਹੋਣੀ ਪੈਂਦੀ ਹੈ, ਤੇ ਇੰਜ ਕਰ ਵੀ ਇੰਡੀਆ ਤੋਂ ਲੈ ਕੇ ਤੇ ਅਮਰੀਕਾ ਤੱਕ ਨਾ ਸੜਕ ਬਣਾ ਦੇ, ਵੀ ਲੋਕਾਂ ਨੂੰ ਹਵਾਈ ਜਹਾਜ਼ ਦੀਆਂ ਟਿਕਟਾਂ ਨਾ ਲੈਣੀਆਂ ਪੈਣ ਤੇ ਸੜਕਾਂ ਦੇ ਉੱਤੇ ਫੁੱਲ ਫਲ ਲਗਾ ਦੇਵੀਂ ਤੇ ਲੋਕ ਸਿੱਧੇ ਅਮਰੀਕਾ ਜਾ ਸਕਣ। ਵੀ ਅਮਰੀਕਾ, ਇੰਡੀਆ ਤੋਂ ਲੈ ਕੇ ਅਮਰੀਕਾ ਤੱਕ ਨਾ ਸੜਕ ਬਣਾ ਦੇ। ਤੇ ਜਿੰਨ ਕਹਿਣ ਲੱਗਾ ਯਾਰ ਇਹ ਕੰਮ ਤੇ ਮੁਸ਼ਕਲ ਹੈ, ਵੀ ਹੁਣ ਵੀਜ਼ੇ ਲੈਣੇ ਤੇ ਕੋਈ ਦੇਸ਼ ਇਜਾਜ਼ਤ ਦਵੇ ਨਾ ਦਵੇ, ਕੋਈ ਹੋਰ ਕੰਮ ਦੱਸ, ਕੋਈ ਹੋਰ ਕੰਮ ਦੱਸ। ਕਹਿੰਦਾ ਫਿਰ ਏਦਾਂ ਕਰ ਵੀ ਜਿਹੜੀ ਮੇਰੀ ਘਰ ਵਾਲੀ ਹੈ ਨਾ, ਮੇਰੀ ਹਰ ਗੱਲ ਮੰਨੇ, ਐਵੇਂ ਕਰ ਦੇ। ਤੇ ਜਿੰਨ ਹੱਥ ਜੋੜ ਕੇ ਕਹਿੰਦਾ ਸੜਕ ਸਿੰਗਲ ਬਣਾਵਾਂ ਕਿ ਡਬਲ। ਤਾਂ ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ, ਗੁਰਮੁਖਾਂ ਨੇ ਇਹ ਚੀਜ਼ ਸਮਝੀ ਹੈ ਵੀ ਜੋ ਸਿਸਟਮ ਹੈ ਨਾ, ਉਹਨੂੰ ਬਦਲਿਆ ਨਹੀਂ ਜਾ ਸਕਦਾ। ਸਿਸਟਮ ਦੇ ਅੰਦਰ ਰਹਿਣਾ ਹੀ ਸੱਚ ਹੈ। ਗੁਰੂ ਦੇ ਦੱਸੇ ਰਾਹਾਂ ਤੇ ਚੱਲ ਕੇ ਇਹਨਾਂ ਚੀਜ਼ਾਂ ਨੂੰ ਸਮਝਿਆ ਜਾ ਸਕਦਾ ਹੈ, ਨਹੀਂ ਤੇ ਬਾਕੀ ਨਹੀਂ ਸਮਝੇਗਾ। ਉਹ ਤੇ ਜਿੰਨ ਲੱਭਦਾ ਫਿਰੇਗਾ ਕਿ ਮੇਰੀ ਜਨਾਨੀ ਨੂੰ ਆਗਿਆਕਾਰ ਬਣਾ ਦੇਵੇ, ਉਹ ਜਿੰਨ ਲੱਭਦਾ ਫਿਰੇਗਾ ਅਮਰੀਕਾ ਤੱਕ ਸੜਕ ਬਣਾ ਦੇਵੇ। ਇਹੋ ਜਿਹਾ ਕੋਈ ਜਿੰਨ ਨਹੀਂ ਹੈ, ਐਸਾ ਕੋਈ ਜੰਤਰ ਮੰਤਰ ਨਹੀਂ ਹੈ। ਰੱਬੀ ਹੁਕਮ ਦੇ ਅੰਦਰ ਹੀ ਰਹਿਣਾ ਪਵੇਗਾ। ਹੁਕਮ ਦੇ ਅੰਦਰ ਹੀ ਸਾਰਾ ਕੁਝ ਹੁੰਦਾ ਹੈ। ਹੁਕਮ ਵਿੱਚ ਸਾਡਾ ਸੁਭਾਅ ਹੈ, ਹੁਕਮ ਦੇ ਅੰਦਰ ਕਾਇਨਾਤ ਹੈ, ਹੁਕਮ ਦੇ ਅੰਦਰ ਹਰ ਸ਼ੈ ਚੱਲ ਰਹੀ ਹੈ। ਜੋ ਹੁਕਮ ਨੂੰ ਸਮਝ ਲੈਂਦਾ ਹੈ, ਉਹ ਆਪਣੀ ਜ਼ਿੰਦਗੀ ਨੂੰ ਸੌਖੀ ਬਣਾ ਲੈਂਦਾ ਹੈ। ਗੁਰਮਤੀ ਆਪ ਗਵਾਏ, ਸੱਚ ਪਛਾਣਿਆ। ਗੁਰਮਤੀ ਦਾ ਮਤਲਬ ਗੁਰੂ ਦੀ ਮਾਤਰਾ ਹੀ। ਹੁਣ ਜਿਹੜਾ ਗੁਰਮੁਖ ਹੈ ਉਹ ਕਿਵੇਂ ਜਾਣ ਲੈਂਦਾ ਹੈ? ਆਪ ਗਵਾਏ ਦਾ ਮਤਲਬ ਆਪਣੇ ਆਪੇ ਨੂੰ ਗਵਾ ਕੇ, ਆਪਣੇ ਆਪੇ ਨੂੰ ਮਾਰ ਕੇ, ਖੁਦੀ ਨੂੰ ਮਿਟਾ ਕੇ, ਆਪਣੀ ਮੱਤ ਨੂੰ ਛੱਡ ਕੇ। ਜੋ ਗੁਰਮੁਖ ਹੈ ਉਹਨੇ ਆਪਣੀ ਮੱਤ ਨੂੰ ਛੱਡ ਦਿੱਤਾ ਹੈ, ਹੋਛੀ ਮੱਤ ਤਿਆਗ ਦਿੱਤੀ ਹੈ, ਗੁਰੂ ਦੀ ਮੱਤ ਉਹਨੇ ਅਪਣਾ ਲਈ ਹੈ। ਸੀਮਿਤ ਸੋਚ ਨੂੰ ਛੱਡ ਕੇ ਗੁਰੂ ਦੀ ਅਸੀਮ ਸੋਚ ਨੂੰ ਅਪਣਾਇਆ ਹੈ। ਤੇ ਜਿਨਨੇ ਆਪਣੀ ਈਗੋ ਨੂੰ ਗਵਾ ਲਿਆ ਨਾ, ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਵੀ, ਸੱਚ ਪਛਾਣਿਆ, ਉਹਨੇ ਸੱਚ ਨੂੰ ਪਛਾਣ ਲਿਆ ਕਿ ਸੱਚਾਈ ਕੀ ਹੈ, ਅਸਲੀਅਤ। ਜਦੋਂ ਅਸਲੀਅਤ ਦੀ ਸਮਝ ਆ ਜਾਏ ਨਾ, ਫਿਰ ਜ਼ਿੰਦਗੀ ਦੇ ਅੰਦਰ ਸੁਖ ਸ਼ਾਂਤੀ ਆ ਜਾਂਦੀ ਹੈ। ਤੇ ਜਦੋਂ ਤੱਕ ਅਸਲੀਅਤ ਦਾ ਨਹੀਂ ਪਤਾ, ਉਦੋਂ ਤੱਕ ਬੰਦਾ ਭਰਮ ਦੇ ਅੰਦਰ ਭਟਕਦਾ ਰਹਿੰਦਾ ਹੈ, ਦੁਖੀ ਰਹਿੰਦਾ ਹੈ। ਜਿਵੇਂ ਇੱਕ ਹਿਰਨ ਹੈ, ਉਹਨੂੰ ਦੂਰ ਰੇਗਿਸਤਾਨ ਵਿੱਚ ਪਾਣੀ ਦਿਸ ਰਿਹਾ ਹੈ, ਪਾਣੀ ਹੈ ਨਹੀਂ। ਅਸਲੀਅਤ ਇਹ ਹੈ ਕਿ ਉਹ ਰੇਤਾ ਹੈ, ਲੇਕਿਨ ਹਿਰਨ ਨੂੰ ਪਾਣੀ ਦਿਸ ਰਿਹਾ, ਉਹ ਵਿਚਾਰਾ ਉਧਰ ਨੂੰ ਭੱਜਦਾ ਹੈ। ਜਿਵੇਂ ਜਿਵੇਂ ਭੱਜਦਾ ਹੈ, ਉਹ ਪਾਣੀ ਦੂਰ ਦਿਸਦਾ ਹੈ। ਆਖਿਰ ਹਿਰਨ ਤੜਪ ਤੜਪ ਕੇ ਮਰ ਜਾਂਦਾ ਹੈ। ਹਿਰਨ ਦੇ ਅੰਦਰੋਂ ਕਸਤੂਰੀ ਦੀ ਸੁਗੰਧ ਆ ਰਹੀ ਹੈ, ਕਸਤੂਰੀ ਅੰਦਰ ਹੈ, ਲੇਕਿਨ ਹਿਰਨ ਸਮਝਦਾ ਹੈ ਬਾਹਰ ਹੈ, ਉਹ ਬਾਹਰ ਲੱਭਦਾ ਫਿਰਦਾ ਹੈ। ਭੁਲੇਖਾ ਹੈ ਨਾ। ਜੇ ਬੰਦਾ ਆਪਣੇ ਡੈਸਟੀਨੇਸ਼ਨ ਵੱਲ ਵੱਧ ਰਿਹਾ ਹੈ, ਲੇਕਿਨ ਡਾਇਰੈਕਸ਼ਨ ਗਲਤ ਹੈ, ਤੇ ਬੰਦਾ ਭੁਲੇਖੇ ਵਿੱਚ ਹੋਵੇ ਕਿ ਇਹ ਹੀ ਮੇਰੀ ਡਾਇਰੈਕਸ਼ਨ ਹੈ, ਤੇ ਜਿਵੇਂ ਜਿਵੇਂ ਤੁਰੇਗਾ ਤਿਵੇਂ ਤਿਵੇਂ ਆਪਣੀ ਮੰਜ਼ਿਲ ਦੇ ਨੇੜੇ ਨਹੀਂ ਜਾਏਗਾ, ਦੂਰ ਜਾਏਗਾ। ਇਸ ਲਈ ਜ਼ਿੰਦਗੀ ਦੇ ਅੰਦਰ ਸੱਚ ਨੂੰ ਪਛਾਣਨਾ ਬਹੁਤ ਜ਼ਰੂਰੀ, ਵੀ ਸੱਚਾਈ ਕੀ ਹੈ। ਤੇ ਜਿਹੜੇ ਗੁਰੂ ਦੀ ਮੱਤ ਦੇ ਧਾਰਨੀ ਹੁੰਦੇ ਹਨ, ਆਪਣੀ ਮੱਤ ਦਾ ਤਿਆਗ ਕਰਦੇ ਨੇ,
ਉਹ ਬੰਦੇ ਆਪਣਾ ਆਪਾ ਗਵਾ ਕੇ ਸੱਚ ਦੀ ਪਛਾਣ ਕਰ ਲੈਂਦੇ ਨੇ। ਉਹਨਾਂ ਨੂੰ ਸਮਝ ਆ ਜਾਂਦੀ ਕਿ ਸਾਰਿਆਂ ਦੇ ਅੰਦਰ ਇੱਕ ਪ੍ਰਭੂ ਹੈ। ਰੱਬੀ ਹੁਕਮ ਨੂੰ ਮਿਟਾਇਆ ਨਹੀਂ ਜਾ ਸਕਦਾ। ਰੱਬੀ ਹੁਕਮ ਦੇ ਅੰਦਰ ਚੱਲ ਕੇ ਬਹੁਤ ਕੁਝ ਪਾਇਆ ਜਾ ਸਕਦਾ ਹੈ। ਸੱਚ ਤੇਰਾ ਦਰਬਾਰ ਸ਼ਬਦ ਨਿਸ਼ਾਨਿਆ। ਨਿਸ਼ਾਨਿਆਂ ਦਾ ਮਤਲਬ ਹੁੰਦਾ ਹੈ ਪਰਵਾਨਾ, ਰਾਹਦਾਰੀ। ਤਾਂ हे ਪ੍ਰਭੂ ਤੇਰਾ ਦਰਬਾਰ ਸੱਚਾ ਹੈ, ਯਾਨੀ ਤੇਰਾ ਨਿਆਂ ਸੱਚਾ ਹੈ। ਰੱਬ ਦਾ ਨਿਆਂ ਜਿਹੜਾ ਨਾ ਕੁਦਰਤ ਦਾ, ਉਹ ਬਿਲਕੁਲ ਸੱਚਾ ਹੈ। ਇੱਥੇ ਕੁਝ ਵੀ ਝੂਠ ਨਹੀਂ ਹੈ। ਔਰ ਇਹ ਨਿਆਂ ਨਿਰਭਉ ਵੀ ਹੈ ਤੇ ਨਿਰਵੈਰ ਵੀ ਹੈ। ਨਾ ਕੁਦਰਤ ਨੂੰ, ਰੱਬ ਨੂੰ, ਰੱਬੀ ਨੇਮਾਂ ਨੂੰ ਕਿਸੇ ਦਾ ਡਰ ਹੈ ਤੇ ਨਾ ਉਹ ਕਿਸੇ ਦੇ ਨਾਲ ਵੈਰ ਭਾਵ ਕਰਦੇ ਨੇ। ਜੇ ਜ਼ਮੀਨ ਦੇ ਅੰਦਰ ਕਣਕ ਬੀਜੋਗੇ ਤੇ ਕਣਕ ਹੀ ਉਗੇਗੀ, ਚਾਹੇ ਗਰੀਬ ਬੀਜੇ ਚਾਹੇ ਅਮੀਰ ਬੀਜੇ, ਕਿਸੇ ਦਾ ਕੋਈ ਲਿਹਾਜ਼ ਨਹੀਂ। ਇਹ ਨਹੀਂ ਕਿ ਅਮੀਰ ਦੀ ਪੈਲੀ ਦੇ ਵਿੱਚ ਉਹ ਕਣਕ ਬੀਜੇ ਤੇ ਉੱਥੇ ਅੰਗੂਰ ਉਗ ਪੈਣ ਜਾਂ ਉੱਥੇ ਸੋਨੇ ਦੇ ਪੇੜ ਉਗ ਪੈਣ, ਐਸਾ ਕਦੀ ਨਹੀਂ ਹੁੰਦਾ। ਹੁਕਮ ਹੈ ਸਾਰਿਆਂ ਦੇ ਉੱਤੇ ਬਰਾਬਰ ਹੈ ਔਰ ਇਹ ਸਾਰਿਆਂ ਦੇ ਨਾਲ ਬਰਾਬਰ ਦਾ ਨਿਆਂ ਹੈ। ਜੇ ਕੋਈ ਗਰੀਬ ਪਰਿਵਾਰ ਹੈ, ਜੇ ਉਹ ਗਰੀਬ ਪਰਿਵਾਰ ਵਾਲੇ ਜੀ ਇੱਕ ਦੂਜੇ ਨਾਲ ਵਿਸ਼ਵਾਸ ਨਾਲ ਰਹਿੰਦੇ ਨੇ, ਪਿਆਰ ਕਰਦੇ ਨੇ, ਇੱਕ ਦੂਜੇ ਦਾ ਆਦਰ ਕਰਦੇ ਨੇ, ਤਾਂ ਗਰੀਬੀ ਹੁੰਦਿਆਂ ਵੀ ਉਹਨਾਂ ਦੇ ਘਰ ਦੇ ਅੰਦਰ ਸੁੱਖ ਸ਼ਾਂਤੀ ਰਹੇਗੀ। ਤੇ ਜੇ ਅਮੀਰ ਕਰਦੇ ਨੇ ਤੇ ਅਮੀਰਾਂ ਦੇ ਘਰ ਸੁੱਖ ਸ਼ਾਂਤੀ ਰਹੇਗੀ। ਪਰ ਜੇ ਘਰ ਦੇ ਮੈਂਬਰ ਇੱਕ ਦੂਜੇ ਨਾਲ ਧੋਖਾ ਕਰਦੇ ਨੇ, ਲੜਦੇ ਨੇ, ਈਰਖਾ ਕਰਦੇ ਨੇ, ਚਾਹੇ ਉਹ ਗਰੀਬ ਹੋਣ ਜਾਂ ਅਮੀਰ ਹੋਣ, ਉਹਨਾਂ ਦੇ ਘਰ ਕਲੇਸ਼ ਪੈ ਗਈ, ਕਿਉਂਕਿ ਕੁਦਰਤ ਦਾ ਨਿਯਮ ਹੈ, ਇਹਨੂੰ ਮਿਟਾਇਆ ਨਹੀਂ ਜਾ ਸਕਦਾ। ਇਹਨੂੰ ਕਹਿੰਦੇ ਨੇ ਸੱਚ ਤੇਰਾ ਦਰਬਾਰ, ਕਿ ਤੇਰਾ ਦਰਬਾਰ ਸੱਚਾ ਹੈ, ਸदैव ਹੈ, ਉਹਦੇ ਵਿੱਚ ਕੋਈ ਉਕਾਈ ਨਹੀਂ ਹੈ। ਸ਼ਬਦ ਨਿਸ਼ਾਨਿਆ, ਤੇ ਸ਼ਬਦ ਜਿਹੜਾ ਹੈ ਨਾ, ਗੁਰੂ ਦਾ ਸ਼ਬਦ, ਗੁਰੂ ਦਾ ਗਿਆਨ, ਇਹ ਉੱਥੋਂ ਤੱਕ ਪਹੁੰਚਣ ਵਾਸਤੇ ਰਾਹਦਾਰੀ ਹੈ, ਜਿਹਨੂੰ ਅਸੀਂ ਵੀਜ਼ਾ ਕਹਿ ਦਿੰਦੇ ਹਾਂ, ਸਪਾਂਸਰ ਕਹੀਦਾ ਹੈ। ਹੁਣ ਜੇ ਵੀਜ਼ਾ ਲੈਣਾ ਹੈ ਤੇ ਸਪਾਂਸਰ ਹੋਏਗੀ ਤੇ ਵੀਜ਼ਾ ਮਿਲ ਜਾਏਗਾ। ਰਾਹਦਾਰੀ ਕਹਿੰਦੇ ਨੇ, ਪਹਿਲਾਂ ਨਾ ਪਸ਼ੂ ਵੇਚਦੇ ਹੁੰਦੇ ਸਨ, ਗਾਵਾਂ ਮੱਝਾਂ ਵੇਚਣੀਆਂ, ਤੇ ਪੰਚਾਇਤ ਦਾ ਮੈਂਬਰ, ਸਰਪੰਚ, ਕੋਈ ਲੰਬੜਦਾਰ, 4 ਬੰਦੇ ਲਿਖ ਦਿੰਦੇ ਸਨ ਇੱਕ ਪੇਪਰ ਦੇ ਉੱਤੇ ਕਿ ਇਹ ਮੱਝ, ਇਹਦੇ ਕਾਲਾ ਰੰਗ ਹੈ, ਕੁੰਡੇ ਸਿੰਘ ਨੇ, ਲੰਬੀ ਪੂਛ ਹੈ, ਮੱਥੇ ਦੇ ਉੱਤੇ ਥੋੜਾ ਚਿੱਟਾ ਦਾਗ ਹੈ, ਤੇ ਇਹ ਬੰਦੇ ਨੂੰ ਇਹਨੇ 1000 ਦੇ ਵਿੱਚ ਵੇਚੀ ਹੈ, ਇਸ ਪਿੰਡ ਤੋਂ ਲੈ ਕੇ ਇਸ ਪਿੰਡ ਵਿੱਚ ਜਾ ਰਿਹਾ, ਇਸ ਬੰਦੇ ਦਾ ਇਹ ਨਾਂ ਹੈ ਤੇ ਇਹਦੇ ਕੋਲੋਂ ਇਹ ਮੱਝ ਖਰੀਦੀ ਹੈ। ਉਹ ਰਾਹਦਾਰੀ ਲਿਖ ਦਿੰਦੇ ਸਨ। ਸਰਪੰਚ ਦੀ ਮੋਹਰ ਲੱਗ ਜਾਂਦੀ ਸੀ, ਸਿਗਨੇਚਰ ਹੋ ਜਾਂਦੇ ਸੀ। ਕਿਉਂ? ਕਿਉਂਕਿ ਰਾਹ ਦੇ ਵਿੱਚ ਕੋਈ ਪੁੱਛੇ ਤੇ ਕੋਈ ਸੋਚ ਲਵੇ ਕਿ ਇਹ ਮੱਝ ਚੋਰੀ ਕਰਕੇ ਲਿਆਇਆ ਤੇ ਉਹਨੂੰ ਫੜ ਲਵੇ, ਤਾਂ ਫਿਰ ਉਹ ਰਾਹਦਾਰੀ ਵਿਖਾ ਦਿੰਦਾ ਸੀ ਕਿ ਮੈਂ ਚੋਰੀ ਨਹੀਂ ਲਿਆਂਦੀ, ਇਸ ਪਿੰਡ ਚੋਂ ਖਰੀਦ ਕੇ ਲਿਆਂਦੀ, ਪਤਾ ਕਰ ਸਕਦੇ ਹੋ, ਤੇ ਉਹਨੂੰ ਅੱਗੇ ਜਾਣ ਦਿੱਤਾ ਜਾਂਦਾ ਸੀ। ਯਾਨੀ ਰਾਹਦਾਰੀ ਹੈ ਤੇ ਤੁਸੀਂ ਅੱਗੇ ਲੰਘ ਸਕਦੇ ਹੋ। ਇੰਡੀਆ ਜਾਣਾ ਹੈ, ਹੁਣ ਸਾਡੇ ਕੋਲ ਜੇ ਇੰਡੀਆ ਦਾ ਵੀਜ਼ਾ ਹੋਏਗਾ ਤਾਂ ਅਸੀਂ ਅੱਗੇ ਜਾ ਸਕਾਂਗੇ ਨਾ। ਜੇ ਇੰਡੀਆ ਦਾ ਵੀਜ਼ਾ ਨਹੀਂ ਹੈ ਤਾਂ ਅਸੀਂ ਨਹੀਂ ਜਾ ਸਕਾਂਗੇ। ਕੈਨੇਡਾ ਦਾ ਵੀਜ਼ਾ ਨਹੀਂ ਹੈ ਤਾਂ ਨਹੀਂ ਜਾ ਸਕਾਂਗੇ। ਜਿਨ੍ਹਾਂ ਕੋਲ ਵੀਜ਼ਾ ਜਾ ਸਕਦੇ ਨੇ। ਇਸੇ ਤਰ੍ਹਾਂ ਜਿਹੜਾ ਸ਼ਬਦ ਹੈ ਨਾ, ਗੁਰੂ ਦਾ ਗਿਆਨ, ਉਹ ਰਾਹਦਾਰੀ ਹੈ। ਜਿਨ੍ਹਾਂ ਦੇ ਕੋਲ ਗਿਆਨ ਦੀ, ਉਪਦੇਸ਼ ਦੀ ਰਾਹਦਾਰੀ, ਉਹ ਸੱਚੇ ਦਰਬਾਰ ਦੇ ਅੰਦਰ ਪ੍ਰਵਾਨ ਹੋ ਜਾਂਦੇ ਨੇ। ਉਹਨਾਂ ਨੂੰ ਕੋਈ ਰੋਕਦਾ ਨਹੀਂ ਰੱਬ ਵਿੱਚ ਮਿਲਣ ਤੋਂ, ਉਹ ਰੱਬ ਦਾ ਰੂਪ ਹੋ ਜਾਂਦੇ ਨੇ। ਜਿਨ੍ਹਾਂ ਕੋਲ ਗੁਰੂ ਦਾ ਉਪਦੇਸ਼ ਹੈ, ਜਿਨ੍ਹਾਂ ਨੇ ਗੁਰੂ ਦੇ ਵੇ ਆਫ ਲਾਈਫ ਨੂੰ ਅਪਣਾਇਆ ਹੈ, ਗੁਰੂ ਦੇ ਦਿੱਤੇ ਗੁਣਾਂ ਦੇ ਜੋ ਧਾਰਨੀ ਹੋਏ ਨੇ, ਉਹਨਾਂ ਨੂੰ ਰੱਬ ਦੇ ਵਿੱਚ ਅਭੇਦ ਹੋਣ ਤੋਂ ਕੋਈ ਰੋਕਦਾ ਨਹੀਂ। ਇਹ ਪੱਕੀ ਰਾਹਦਾਰੀ। ਤਾਂ ਜੇ ਅਸੀਂ ਰੱਬੀ ਹੁਕਮ ਨੂੰ ਸਮਝਣਾ ਚਾਹੁੰਦੇ ਹਾਂ, ਰੱਬ ਦਾ ਮਿਲਾਪ ਚਾਹੁੰਦੇ ਹਾਂ, ਸੁਖ ਸ਼ਾਂਤੀ, ਆਨੰਦ ਖੇੜਾ, ਪ੍ਰਸੰਨਤਾ ਚਾਹੁੰਦੇ ਹਾਂ, ਤਾਂ ਉਹਦੇ ਵਾਸਤੇ ਰਾਹਦਾਰੀ ਕਿਹੜੀ ਹੈ? ਗੁਰੂ ਦੀ ਬਾਣੀ, ਗੁਰੂ ਦਾ ਗਿਆਨ, ਗੁਰੂ ਦਾ ਦਿੱਤਾ ਹੋਇਆ ਵੇ ਆਫ ਲਾਈਫ। ਜੇ ਤੁਹਾਡੇ ਕੋਲ ਇਹ ਹੈ ਤਾਂ ਰੱਬ ਦੇ ਅੰਦਰ ਅਭੇਦ ਹੋਣ ਤੋਂ ਤੁਹਾਨੂੰ ਕੋਈ ਨਹੀਂ ਰੋਕ ਸਕਦਾ, ਤੁਸੀਂ ਪਹੁੰਚ ਜਾਓਗੇ। ਸੱਚਾ ਸ਼ਬਦ ਵਿਚਾਰ ਸੱਚ ਸਮਾਣਿਆ। ਇੱਥੇ ਸੱਚ ਦੇ ਚੱਚੇ ਦੇ ਨਾਲ ਹੈ ਸਿਹਾਰੀ, ਜਿਹਦਾ ਮਤਲਬ ਸੱਚ ਵਿੱਚ। ਵਿਚਾਰ ਦੇ ਰਾਰੇ ਦੇ ਨਾਲ ਹੈ ਸਿਹਾਰੀ, ਵਿਚਾਰ ਕੇ, ਜਾਂ ਜਿਨ੍ਹਾਂ ਨੇ ਵਿਚਾਰਿਆ ਹੈ, ਜਿਨ੍ਹਾਂ ਨੇ ਸੱਚੇ ਸ਼ਬਦ ਨੂੰ ਵਿਚਾਰਿਆ, ਯਾਨੀ ਆਪਣੇ ਵਿਚਾਰ ਦੇ ਅੰਦਰ ਗੁਰੂ ਦੇ ਸੱਚੇ ਉਪਦੇਸ਼ ਨੂੰ ਸਮਾ ਲਿਆ ਹੈ, ਮੰਨ ਲਿਆ ਹੈ। ਸੱਚ ਸਮਾਣਿਆ, ਉਹ ਸੱਚ ਦੇ ਅੰਦਰ ਸਮਾ ਕੇ ਸੱਚ ਦਾ ਹੀ ਰੂਪ ਹੋ ਗਏ ਨੇ। ਉਹ ਮਨ, ਬਚਨ, ਕਰਮ ਕਰਕੇ ਸੱਚੇ ਹੋ ਜਾਂਦੇ ਨੇ।
ਜਾਂ ਇਹ ਸ਼ਬਦ ਵਰਤ ਲਓ ਕਿ ਉਹ ਰੱਬ ਦੇ ਅੰਦਰ ਸਮਾ ਜਾਂਦੇ ਨੇ, ਉਹ ਰੱਬ ਦਾ ਰੂਪ ਹੋ ਜਾਂਦੇ ਨੇ। ਕੋਈ ਵੀ ਸ਼ਬਦ ਵਰਤ ਲਓ। ਅਬ ਤੋਂ ਜਾਏ ਚੜ੍ਹੇ ਸਿੰਘਾਸਨ, ਮਿਲੇ ਹੈ ਸਾਰਿੰਗ ਪਾਣੀ। ਜਾਂ ਜਿਉਂ ਜੋਤੀ ਜਿਉਂ ਜਲ ਮੈਂ ਜਲ ਆਏ ਖਟਾਨਾ। ਜਿਵੇਂ ਪਾਣੀ ਵਿੱਚ ਪਾਣੀ ਮਿਲ ਜਾਂਦਾ, ਇਵੇਂ ਜੋਤ ਵਿੱਚ ਜੋਤ ਮਿਲ ਗਈ। ਯਾਨੀ ਸੋਚ ਜਿਹੜੀ ਹੈ ਰੱਬੀ ਸੋਚ ਦੇ ਅੰਦਰ ਸਮਾ ਗਈ। ਉਹ ਬੰਦਾ ਰੱਬ ਵਰਗਾ ਹੋ ਗਿਆ। ਕੌਣ? ਜਿਨਨੇ ਸੱਚੇ ਸ਼ਬਦ ਨੂੰ, ਸੱਚੇ ਉਪਦੇਸ਼ ਨੂੰ ਆਪਣੇ ਵਿਚਾਰ ਦੇ ਅੰਦਰ ਵਸਾ ਲਿਆ, ਜਿਨਨੇ ਗੁਰੂ ਦੇ ਸੱਚੇ ਸ਼ਬਦ ਨੂੰ ਵਿਚਾਰਿਆ ਔਰ ਉਸ ਵਿਚਾਰ ਮੁਤਾਬਕ ਜ਼ਿੰਦਗੀ ਜੀਵੀ, ਉਹ ਸੱਚ ਦੇ ਅੰਦਰ ਸਮਾ ਗਿਆ। ਮਨਮੁਖ ਸਦਾ ਕੂੜਿਆਰ, ਭਰਮ ਭੁਲਾਣੇ। ਪਰ ਜਿਹੜੇ ਮਨ ਦੇ ਪਿੱਛੇ ਤੁਰਨ ਵਾਲੇ ਨੇ, ਮਨਮੁਖ ਦਾ ਮਤਲਬ ਆਪ ਹੁਦਰੇ, ਜੋ ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਨਹੀਂ ਜੀਂਦੇ, ਜੋ ਰੱਬੀ ਰਜ਼ਾ ਮੁਤਾਬਕ ਜੀਵਨ ਨਹੀਂ ਜੀਂਦੇ, ਜਿਨ੍ਹਾਂ ਨੂੰ ਲਾ ਆਫ ਨੇਚਰ ਬਾਰੇ ਗਿਆਨ ਨਹੀਂ, ਜਿਨ੍ਹਾਂ ਨੇ ਹਰ ਥਾਂ ਤੇ ਆਪ ਖੁਦਰਾਪਾਣੀ ਕੀਤਾ ਹੈ, ਸਮਾਜ ਦੇ ਨਿਯਮਾਂ ਨੂੰ ਤੋੜਿਆ ਹੈ, ਧਰਮ ਦੇ ਨਿਯਮਾਂ ਨੂੰ ਤੋੜਿਆ ਹੈ, ਕਿਸੇ ਦੇਸ਼ ਦੇ ਕਾਨੂੰਨ ਦੇ ਨਿਯਮਾਂ ਨੂੰ ਤੋੜ ਰਹੇ ਨੇ। ਭਾਵ ਕਿ ਜੋ ਆਪ ਖੁਦਰੇ ਨੇ। ਸਦਾ ਕੂੜਿਆਰ, ਕੂੜਿਆਰ ਦਾ ਮਤਲਬ ਹੈ ਕੂੜ ਦੇ ਵਪਾਰੀ, ਝੂਠ ਦੇ ਵਪਾਰੀ। ਉਹ ਝੂਠ ਦੇ ਵਪਾਰੀ ਨੇ। ਜਿਵੇਂ ਸੋਨੇ ਤੋਂ ਬਣ ਜਾਂਦਾ ਨਾ ਸੁਨਿਆਰ, ਤਾਂ ਸੁਨਿਆਰ ਕੌਣ ਹੈ? ਸੋਨੇ ਦਾ ਵਪਾਰੀ। ਇਵੇਂ ਕੂੜਿਆਰ ਕੌਣ ਹੈ? ਕੂੜ ਦਾ ਵਪਾਰੀ। ਕਿ ਉਹ ਕੂੜ ਦੇ ਵਪਾਰੀ ਨੇ। ਮਨਮੁਖ ਸਦਾ ਕੂੜਿਆਰ, ਜੋ ਮਨ ਦੇ ਪਿੱਛੇ ਤੁਰਨ ਵਾਲੇ ਨੇ, ਉਹ ਕੂੜ ਦੇ ਵਪਾਰੀ ਨੇ। ਮੀਨਸ ਕਿ ਉਹ ਕੂੜ ਹੀ ਵਿਹਾਜਦੇ ਨੇ, ਝੂਠ ਬੋਲਣਗੇ, ਝੂਠ ਸੁਣਨਗੇ, ਝੂਠ ਕਮਾਣਗੇ, ਥਾਂ ਥਾਂ ਤੇ ਉਹ ਝੂਠ ਬੋਲਣਗੇ ਔਰ ਮਾੜੇ ਕਰਮ ਕਰਨਗੇ, ਮਾੜੇ ਰਾਸਤੇ ਦੇ ਉੱਤੇ ਜਾਣ ਦਾ ਯਤਨ ਕਰਨਗੇ। ਉਹਨਾਂ ਨੂੰ ਕਦੇ ਵੀ ਸੱਚ ਦੇ ਨਾਲ ਨਹੀਂ ਜੁੜਨਗੇ। ਤੇ ਭਰਮ ਭੁਲਾਣਿਆਂ ਦਾ ਮਤਲਬ ਉਹ ਭਰਮ ਦੇ ਅੰਦਰ ਭੁੱਲੇ ਹੋਏ ਨੇ। ਮਨਮੁਖ ਸਦਾ ਕੂੜਿਆਰ, ਭਰਮ ਭੁਲਾਣਿਆ। ਜੋ ਮਨ ਦੇ ਪਿੱਛੇ ਤੁਰਨ ਵਾਲੇ ਆਪ ਖੁਦਰੇ ਨੇ, ਉਹ ਹਮੇਸ਼ਾ ਹੀ ਕੂੜ ਦੇ ਵਪਾਰੀ ਨੇ ਔਰ ਉਹ ਭਰਮ ਦੇ ਅੰਦਰ ਭੁੱਲੇ ਪਏ ਨੇ। ਕੂੜ ਦੇ ਵਪਾਰੀ ਨੇ ਔਰ ਭਰਮ ਦੇ ਅੰਦਰ ਭੁੱਲੇ ਪਏ ਨੇ। ਹੁਣ ਕਿਵੇਂ ਨੇ ਕੂੜ ਦੇ ਵਪਾਰੀ ਔਰ ਕਿਵੇਂ ਭਰਮ ਦੇ ਵਿੱਚ ਭੁੱਲੇ ਪਏ ਨੇ? ਆ ਜਿੰਨੇ ਵੀ ਧਾਰਮਿਕ ਕਰਮਕਾਂਡ ਨੇ, ਇੱਕ ਭਰਮ ਹੀ ਹੈ ਨਾ, ਭੁਲੇਖਾ ਹੀ ਹੈ ਨਾ, ਕਿ ਸ਼ਾਇਦ ਪ੍ਰਸ਼ਾਦੇ ਦਾ ਭੋਗ ਅਸੀਂ ਲਵਾਵਾਂਗੇ ਤੇ ਰੱਬ ਸਾਡੇ ਪਕੌੜੇ ਖਾ ਕੇ ਖੁਸ਼ ਹੋ ਜਾਏਗਾ। ਭਰਮ ਹੀ ਹੈ ਨਾ ਇੱਕ। ਪਕੌੜਿਆਂ ਨਾਲ ਰੱਬ ਖੁਸ਼ ਹੋ ਜਾਏਗਾ। ਲਓ ਜੀ, ਰਸ ਮਲਾਈ ਬਣਾਈਏ ਤੇ ਭਾਈ ਜੀ ਭੋਗ ਲਵਾ ਦਿਓ, ਯਾਨੀ ਰੱਬ ਸਾਡੀ ਰਸ ਮਲਾਈ ਖਾ ਕੇ ਖੁਸ਼ ਹੋ ਜਾਏਗਾ। ਭਰਮ ਹੀ ਹੈ ਨਾ। ਨਾਲੇ ਅਸੀਂ ਕਹਿੰਦੇ ਆ ਭੋਗ ਉਹ ਕੁਛ ਖਾਂਦਾ ਨਹੀਂ, ਤੇ ਨਾਲੇ ਅਸੀਂ ਕਹਿੰਦੇ ਆ ਵੀ ਭੋਗ ਲਾਏਗਾ। ਤੀਰਥਾਂ ਤੇ ਨਹਾਉਣ ਦੇ ਨਾਲ ਸਾਡੇ ਪਾਪ ਲੈ ਜਾਣਗੇ। ਭਰਮ ਹੀ ਹੈ ਨਾ ਇੱਕ। ਵਰਤ ਰੱਖਿਆ ਰੱਬ ਮਿਲ ਜਾਏਗਾ, ਕਰਵਾ ਚੌਥ ਰੱਖਿਆ ਪਤੀ ਦੀ ਉਮਰ ਲੰਬੀ ਹੋ ਜਾਏਗੀ। ਇਹ ਭਰਮ ਹੀ ਨੇ ਨਾ, ਭਟਕਣਾ ਹੀ ਹੈ ਨਾ। ਤੇ ਕੂੜਿਆਰ ਦਾ ਮਤਲਬ ਮਾੜੇ ਕਰਮ, ਰਿਸ਼ਵਤਖੋਰੀ, ਚੋਰ ਬਜ਼ਾਰੀ, 2 ਨੰਬਰ ਦੇ ਧੰਦੇ। ਆਪ ਹੁਦਰੇ ਮਨੁੱਖ ਇਸ ਤਰ੍ਹਾਂ ਭਟਕਣਾ ਦੇ ਵਿੱਚ ਪੈ ਰਹਿੰਦੇ ਨੇ, ਆਪਣੀ ਜ਼ਿੰਦਗੀ ਨੂੰ ਉਹ ਤਬਾਹ ਕਰਦੇ ਨੇ ਔਰ ਜੀਵਨ ਦੇ ਅੰਦਰ ਜੋ ਲਾਭ ਲੈ ਸਕਦੇ ਸਨ ਉਹਦੇ ਤੋਂ ਉਹ ਵਾਂਝੇ ਰਹਿ ਜਾਂਦੇ ਨੇ। ਤੇ ਉਹਨਾਂ ਦੇ ਜੀਵਨ ਦਾ ਰਿਜ਼ਲਟ ਕੀ ਨਿਕਲਦਾ ਹੈ? ਵਿਸ਼ਟਾ ਅੰਦਰ ਵਾਸ, ਸਾਧ ਨਾ ਜਾਣਿਆ। ਵਿਸ਼ਟਾ ਦਾ ਮਤਲਬ ਮੈਲਾ, ਤਾਂ ਇੱਥੇ ਵਿਸ਼ਟਾ ਦਾ ਮਤਲਬ ਹੈ ਗੰਦਗੀ। ਉਹਨਾਂ ਦਾ ਵਸੇਬਾ ਗੰਦ ਵਿੱਚ ਹੀ ਰਹਿੰਦਾ ਹੈ। ਉਹਨਾਂ ਦਾ ਵਸੇਬਾ ਗੰਦ ਵਿੱਚ ਹੈ, ਉਹਨਾਂ ਦੀ ਸੁਰਤ ਗੰਦ ਦੇ ਅੰਦਰ। ਤੇ ਗੰਦ ਕੀ ਹੈ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਆਸਾ, ਤ੍ਰਿਸ਼ਨਾ, ਚੁਗਲੀ, ਨਿੰਦਾ, ਝੂਠ, ਫਰੇਬ, ਚੋਰੀਆਂ, ਯਾਰੀਆਂ, ਬੇਈਮਾਨੀਆਂ, ਠੱਗੀਆਂ, ਪਹਿਨਾਮੀਆਂ, ਪਾਪ, ਅਪਰਾਧ, ਮੇਰ ਤੇਰ, ਭਰੂਣ ਹੱਤਿਆ, ਜਾਤੀਵਾਦ, ਲੜਾਈ, ਦੰਗੇ, ਫਸਾਦ। ਇਹ ਸਾਰਾ ਕੀ ਹੈ? ਗੰਦਗੀ। ਉਹਨਾਂ ਦਾ ਵਾਸਾ ਗੰਦਗੀ ਵਿੱਚ ਹੀ ਰਹਿੰਦਾ, ਜਿਵੇਂ ਕਾਂ ਵਿਸ਼ਟਾ ਵਿੱਚ ਚੁੰਝਾ ਮਾਰਦਾ ਹੈ। ਜਿਵੇਂ ਗੰਦਗੀ ਦੀ ਮੱਖੀ ਫੁੱਲਾਂ ਨੂੰ ਛੱਡ ਕੇ ਗੰਦਗੀ ਉੱਤੇ ਜਾ ਬਹਿੰਦੀ ਹੈ, ਜਿਵੇਂ ਮੱਖੀ ਸਾਰੇ ਸਰੀਰ ਨੂੰ ਛੱਡ ਕੇ ਉੱਥੇ ਬਹਿ ਗਈ ਜਿੱਥੇ ਜ਼ਖਮ ਹੋਵੇਗਾ। ਵਾਦੀ ਹੈ ਨਾ। ਜਿਵੇਂ ਮੈਂਡਕ ਜਿਹੜਾ ਹੈ ਕਮਲ ਦੇ ਫੁੱਲ ਦੇ ਕੋਲ ਹੁੰਦਾ ਹੋਇਆ ਵੀ ਗੰਦਗੀ ਖਾਏਗਾ। ਜਿਵੇਂ ਮੱਝ ਦੇ ਥਣ ਦੇ ਉੱਤੇ ਲੱਗਾ ਹੋਇਆ ਚਿੱਚੜ ਦੁੱਧ ਨਹੀਂ ਖੂਨ ਪੀਵੇਗਾ, ਕਿਉਂਕਿ ਆਦਤ ਹੈ ਨਾ, ਸੁਭਾਅ ਬਣ ਗਿਆ। ਤਾਂ ਜੋ ਆਪ ਹੁਦਰੇ ਮਨੁੱਖ ਨੇ, ਉਹਨਾਂ ਦੀ ਨਿਸ਼ਾਨੀ ਇਹ ਹੈ ਕਿ ਉਹਨਾਂ ਦੀ ਸੁਰਤ ਦਾ ਵਾਸ, ਉਹਨਾਂ ਦੀ ਜਿਹੜੀ ਸੋਚ ਹੈ ਉਹ ਗੰਦਗੀ 'ਚ ਫਸੀ ਰਹਿੰਦੀ। ਉਹਨਾਂ ਦੀ ਸੋਚ ਹੀ ਗੰਦੀ ਹੁੰਦੀ ਹੈ। ਈਰਖਾ, ਦਵੇਸ਼, ਵੈਰ ਵਿਰੋਧ, ਚੁਗਲੀ, ਨਿੰਦਾ। ਉਹਨਾਂ ਨੂੰ ਸੱਚ ਚੰਗਾ ਹੀ ਨਹੀਂ ਲੱਗਦਾ। ਸਾਧ ਨਾ ਜਾਣਿਆ।
ਉਹਨਾਂ ਨੇ ਸੱਚ ਦਾ ਸਵਾਦ ਜਾਣਿਆ ਹੀ ਨਹੀਂ, ਸੱਚ ਦਾ ਸਵਾਦ ਮਾਣਿਆ ਹੀ ਨਹੀਂ। ਹੁਣ ਪ੍ਰੇਮ ਦਾ ਸਵਾਦ ਤੇ ਉਹਨੂੰ ਆਏਗਾ ਨਾ, ਰਸ ਆਏਗਾ ਜਿਹੜਾ ਪ੍ਰੇਮ ਦੇ ਨਾਲ ਜ਼ਿੰਦਗੀ ਜੀਵੇਗਾ। ਤੇ ਜਿੰਨੇ ਕਰਨੀ ਹੀ ਈਰਖਾ ਹੈ, ਜੋ ਜੈਲਸੀ ਦੀ ਅੱਗ ਦੇ ਨਾਲ ਸੜਿਆ ਹੋਇਆ ਹੈ, ਉਹਨੂੰ ਪ੍ਰੇਮ ਦੇ ਰਸ ਦਾ ਕੀ ਪਤਾ। ਨਿਰਵੈਰਤਾ ਦਾ ਸੁੱਖ ਕੀ ਹੁੰਦਾ ਹੈ, ਇਹ ਤੇ ਉਹ ਬੰਦਾ ਹੀ ਮਾਣੇਗਾ ਨਾ ਜਿਹੜਾ ਨਿਰਵੈਰ ਹੈ, ਤੇ ਜਿਹਨੇ ਹਰ ਵਕਤ ਗੰਡਾਸਾ ਹੀ ਮੋਢੇ ਤੇ ਧਰਿਆ, ਵੈਰ ਭਾਵ ਹੀ ਰੱਖਦਾ ਹੈ। ਉਹਨੂੰ ਕੀ ਪਤਾ ਨਿਰਵੈਰਤਾ ਕੀ। ਨਿਮਰਤਾ, ਨਿਮਰਤਾ ਦਾ ਰਸ ਕੀ ਹੈ, ਨਿਮਰਤਾ ਵਿੱਚ ਕੀ ਸੁੱਖ ਨੇ, ਇਹ ਤੇ ਉਹਨੂੰ ਪਤਾ ਨਾ ਜਿਹੜਾ ਨਿਮਰਤਾ ਦੇ ਨਾਲ ਜ਼ਿੰਦਗੀ ਜੀ ਰਿਹਾ, ਪਿਆਰ ਮੁਹੱਬਤ ਦੇ ਨਾਲ ਬੋਲਦਾ ਹੈ, ਦੂਜੇ ਦਾ ਆਦਰ ਸਤਿਕਾਰ ਕਰਦਾ ਹੈ। ਤੇ ਜਿਹੜਾ ਹੰਕਾਰ ਦਾ ਟੋਕਰਾ ਚੁੱਕੀ ਫਿਰਦਾ, ਉਹਨੂੰ ਕੀ ਪਤਾ ਨਿਮਰਤਾ ਦਾ ਸੁੱਖ ਕੀ। ਤਾਂ ਇਸ ਤਰ੍ਹਾਂ ਗੁਰੂ ਜੀ ਸਾਨੂੰ ਸਮਝਾ ਰਹੇ ਨੇ ਕਿ ਜੋ ਮਨਮੁਖ ਨੇ, ਆਪ ਹੁਦਰੇ ਨੇ, ਉਹ ਕੂੜ ਦੇ ਵਪਾਰੀ ਬਣੇ ਰਹਿੰਦੇ ਨੇ। ਉਹਨਾਂ ਦੀ ਸੋਚ ਹਮੇਸ਼ਾ ਗੰਦਗੀ ਵਿੱਚ ਫਸੀ ਰਹਿੰਦੀ ਹੈ। ਉਹਨਾਂ ਨੇ ਕਦੀ ਵੀ ਪ੍ਰਭੂ ਦੇ ਗੁਣਾਂ ਦਾ ਜਿਹੜਾ ਹੈ ਰਸ ਨਹੀਂ ਮਾਣਿਆ, ਕਦੇ ਵੀ ਇਸ ਚੰਗੇ ਜੀਵਨ ਦਾ ਰਸ ਮਾਣਿਆ ਹੀ ਨਹੀਂ। ਵਿਣ ਨਾਵੇਂ ਦੁੱਖ ਪਾਏ ਆਵਣ ਜਾਣਿਆ। ਤੇ ਉਹਨਾਂ ਦੀ ਹਾਲਾਤ ਕੀ ਹੈ, ਐਸੀ ਜ਼ਿੰਦਗੀ ਦਾ ਰਿਜ਼ਲਟ ਕੀ ਨਿਕਲਦਾ ਹੈ ਕਿ ਉਹ ਪ੍ਰਭੂ ਦੇ ਨਾਮ, ਹੁਣ ਨਾਮ ਦਾ ਮਤਲਬ ਕੀ ਹੈ, ਜਦੋਂ ਬੋਲੋਗੇ ਮੈਨੂੰ ਪਤਾ ਲੱਗ ਜਾਏਗਾ, ਸਾਰੇ ਬੋਲ ਰਹੇ ਹੋ। ਨਾਮ ਦਾ ਮਤਲਬ ਹੁਕਮ। ਵਿਣ ਨਾਵੇਂ, ਹੁਕਮ ਤੋਂ ਬਿਨਾ, ਹੁਕਮ ਨੂੰ ਸਮਝਣ ਤੋਂ ਬਿਨਾ ਦੁੱਖ ਪਾਏ, ਬੰਦਾ ਦੁੱਖ ਪਾਉਂਦਾ ਹੈ। ਜਿੰਨੇ ਵੀ ਸਾਡੀ ਜ਼ਿੰਦਗੀ ਵਿੱਚ ਦੁੱਖ ਨੇ ਨਾ, ਅਸਲ 'ਚ ਅਸੀਂ ਸਿਸਟਮ ਨੂੰ ਸਮਝ ਨਹੀਂ ਪਾਏ, ਕਿਉਂਕਿ ਹਰ ਸੁੱਖ ਔਰ ਦੁੱਖ ਸਿਸਟਮ ਵਿੱਚ ਹੈ। ਜੇ ਅਸੀਂ ਨਿੱਕੀ ਜੀ ਗੱਲ ਆਪਣੇ ਪਰਿਵਾਰਕ ਜ਼ਿੰਦਗੀ ਦੀ ਕਰੀਏ, ਤਾਂ ਪਰਿਵਾਰਕ ਜ਼ਿੰਦਗੀ ਦੇ ਅੰਦਰ ਖੁਸ਼ੀਆਂ ਆਮ ਘਰਾਂ ਵਿੱਚ ਨਹੀਂ ਹਨ। ਉਹਦਾ ਰੀਜ਼ਨ ਕੀ ਹੈ ਵੀ ਸਾਡੇ ਕੋਲ ਧੀਆਂ ਪੁੱਤਰ, ਭੈਣ ਭਰਾ, ਜ਼ਮੀਨ ਜਾਇਦਾਦ ਸਾਰਾ ਕੁਝ ਹੈ, ਫਿਰ ਵੀ ਜ਼ਿੰਦਗੀ ਵਿੱਚ ਖੁਸ਼ੀ ਨਹੀਂ ਹੈ, ਪਰਿਵਾਰ ਵਿੱਚ ਪਿਆਰ ਮੁਹੱਬਤ ਨਹੀਂ ਹੈ। ਤਾਂ ਇਹਦਾ ਮਤਲਬ ਕਿਤੇ ਕੋਈ ਕਮੀ ਤੇ ਹੈ ਨਾ। ਜਿਹੜਾ ਖੁਸ਼ੀ ਵਾਲਾ ਨਿਯਮ ਸੀ, ਉਸ ਨਿਯਮ ਨੂੰ ਨਹੀਂ ਸਮਝ ਪਾਏ। ਇਹ ਨੇਮ ਹੈ ਕਿ ਪਰਿਵਾਰ ਦਾ ਹਰ ਮੈਂਬਰ ਜੋ ਪਰਿਵਾਰਕ ਨਿਯਮ ਨੇ ਉਹਨਾਂ ਨੂੰ ਫੋਲੋ ਕਰੇ, ਆਪਣੇ ਫਰਜ਼ਾਂ ਨੂੰ ਪੂਰੀਆਂ ਕਰੇ। ਪਰਿਵਾਰਕ ਖੁਸ਼ੀ ਦੇ ਅੰਦਰ ਆਪਣਾ ਬਣਦਾ ਹੋਇਆ ਸਹਿਯੋਗ ਹਰ ਪਰਿਵਾਰ ਦਾ ਮੈਂਬਰ ਪਾਏ, ਆਪਣੇ ਆਪਣੇ ਫਰਜ਼ਾਂ ਨੂੰ ਹਰ ਮੈਂਬਰ ਸਮਝੇ ਔਰ ਉਸ ਪੂਰੀਆਂ ਕਰੇ, ਤਾਂ ਉਸ ਪਰਿਵਾਰ ਵਿੱਚ ਖੁਸ਼ੀ ਰਹਿ ਸਕਦੀ ਹੈ। ਇਹ ਨਿਯਮ, ਇਹਨੂੰ ਕਹਿੰਦੇ ਨੇ ਨਾਮ, ਇਹਨੂੰ ਕਹਿੰਦੇ ਨੇ ਹੁਕਮ। ਹੁਣ ਜਿਹੜਾ ਤੇ ਇਸ ਹੁਕਮ ਨੂੰ ਫੋਲੋ ਕਰੇਗਾ, ਨੇਮ ਨੂੰ ਫੋਲੋ ਕਰੇਗਾ, ਉਹਨਾਂ ਦੀ ਪਰਿਵਾਰਕ ਜ਼ਿੰਦਗੀ ਵਿੱਚ ਖੁਸ਼ੀ ਰਹੇਗੀ, ਇਹ ਗਾਰੰਟੀ ਹੈ। ਤੇ ਜੇ ਪਰਿਵਾਰ ਦੇ ਵਿੱਚ ਭਾਈ ਇੱਕ ਵੀ ਕੋਈ ਜੀ ਐਸਾ ਹੋਏ ਜਿਹੜਾ ਸਿਸਟਮ ਨੂੰ ਫੋਲੋ ਨਾ ਕਰੇ, ਤਾਂ ਸਾਰੇ ਪਰਿਵਾਰ ਨੂੰ ਬਰਬਾਦ ਕਰਨ ਵਾਸਤੇ ਇਕੱਲਾ ਜੀ ਕਾਫੀ ਹੁੰਦਾ। ਸਾਰੇ ਪਰਿਵਾਰ ਨੂੰ ਇਕੱਲਾ ਜੀ ਤਬਾਹ ਕਰ ਦਿੰਦਾ ਹੈ, ਇੱਕ ਦੂਜੇ ਤੋਂ ਦੂਰ ਕਰ ਦਿੰਦਾ ਹੈ। 5-5, 7-7, 10-10 ਜੀ ਜਿਹੜੇ ਨੇ ਪਹਿਲੋਂ ਇਕੱਠੇ ਰਹਿੰਦੇ ਸਨ, ਇੱਕ ਦਾ ਜੀ ਵਿੱਚ ਐਸਾ ਪੈਦਾ ਹੋ ਜਾਂਦਾ, ਉਹ ਸਾਰੇ ਵੱਖਰੇ ਵੱਖਰੇ ਹੋ ਜਾਂਦੇ ਨੇ, ਬੋਲਣ ਜੋਗੇ ਨਹੀਂ ਇੱਕ ਦੂਜੇ ਦੇ ਨਾਲ ਰਹਿੰਦੇ। ਇਹ ਤਾਂ ਅਸੀਂ ਰੋਜ਼ ਵੇਖਦੇ ਹਾਂ ਨਾ। ਇਹਨੂੰ ਹੀ ਕਹਿੰਦੇ ਨੇ ਨਾਮ, ਇਹਨੂੰ ਹੀ ਕਹਿੰਦੇ ਨੇ ਹੁਕਮ। ਇਸੇ ਕਰਕੇ ਬੰਦੇ ਦੁਖੀ ਹੋ ਰਹੇ ਨੇ। ਹੁਣ ਸੁੱਖ ਦਾ ਨਿਯਮ ਹੈ, ਕੋਈ ਵੀ ਸੁੱਖ ਹੈ, ਸਰੀਰਕ ਸੁੱਖ ਹੈ, ਤਾਂ ਉਹਦਾ ਕੁਝ ਨਿਯਮ ਹੈ ਨਾ ਕਿ ਅਸੀਂ ਆਪਣੀ ਖੁਰਾਕ ਦੇ ਉੱਤੇ ਧਿਆਨ ਦੇਈਏ, ਕਸਰਤ ਵਗੈਰਾ ਕਰੀਏ, ਜਾਂ ਆਪਣਾ ਰੋਟੀ ਕੱਪੜੇ ਮਕਾਨ ਦੀਆਂ ਲੋੜਾਂ ਪੂਰੀਆਂ ਕਰੀਏ, ਤਾਂ ਹੀ ਸਾਡਾ ਸਰੀਰਕ ਸੁੱਖ ਹੈ, ਨਿਯਮ ਹੈ ਨਾ। ਤੇ ਜੇ ਹੁਣ ਅਸੀਂ ਵਿਹਲੇ ਬੈਠੇ ਰਹੀਏ ਤਾਂ ਫਿਰ ਤਾਂ ਕੰਮ ਨਹੀਂ ਨਾ ਚੱਲਣਾ। ਸਾਨੂੰ ਮਾਨਸਿਕ ਸ਼ਾਂਤੀ ਚਾਹੀਦੀ ਹੈ ਕਿ ਸਾਨੂੰ ਇਹ ਦੁਨੀਆ 'ਚੋਂ ਪਿਆਰ ਮਿਲੇ, ਆਦਰ ਮਿਲੇ, ਸਤਿਕਾਰ ਮਿਲੇ। ਤਾਂ ਐਵੇਂ ਤਾਂ ਨਹੀਂ ਮਿਲਣਾ। ਨਿਯਮ ਹੈ ਨਾ ਕੋਈ ਸਤਿਕਾਰ ਲੈਣ ਲਈ, ਕਿ ਲੋਕਾਂ ਨਾਲ ਪਿਆਰ ਨਾਲ ਬੋਲੋ, ਕਿਸੇ ਦੀ ਹੈਲਪ ਕਰੋ, ਕਿਸੇ ਦੀ ਇੱਜ਼ਤ ਦੇ ਭਾਈਵਾਲ ਬਣੋ, ਫਿਰ ਉਹ ਤੁਹਾਨੂੰ ਮਾਣ ਦੇਣਗੇ ਨਾ, ਫਿਰ ਉਹ ਤੁਹਾਨੂੰ ਸਤਿਕਾਰ ਦੇਣਗੇ। ਨਿਯਮ ਹੈ ਨਾ। ਜੇ ਇਹਨਾਂ ਨਿਯਮਾਂ ਨੂੰ ਤੋੜੋਗੇ ਤੇ ਦੁੱਖ ਆਏਗਾ। ਤਾਂ ਗੁਰੂ ਜੀ ਕਹਿੰਦੇ ਨੇ ਵਿਣ ਨਾਵੇਂ ਦੁੱਖ ਪਾਏ, ਬਿਨਾਂ ਹੁਕਮ ਨੂੰ ਮੰਨਣ ਤੋਂ ਬੰਦਾ ਦੁੱਖ ਪਾਉਂਦਾ ਹੈ। ਆਵਣ ਜਾਣਿਆ, ਆਉਣਾ ਜਾਣਾ ਦਾ ਮਤਲਬ ਕੀ ਹੈ ਜੀ? ਆਵਾਗਮਨ ਦਾ ਮਤਲਬ ਭਟਕਣਾ। ਆਪਾਂ ਲਿਖਿਆ ਨਾ, ਜੇ ਹੁਣ ਦੇਖੋ ਉਹਨਾਂ ਚੀਜ਼ਾਂ ਨੂੰ ਅਸੀਂ ਯਾਦ ਕਰ ਲਈਏ ਤਾਂ ਇਹ ਅਰਥ ਕਰਨੇ ਕਿੰਨੇ ਸੌਖੇ ਹੋ ਜਾਣਗੇ। ਆਵਣ ਜਾਣਿਆ, ਆਉਣਾ ਜਾਣਾ ਦਾ ਮਤਲਬ ਭਟਕਣਾ। ਰੱਬੀ ਹੁਕਮ ਨੂੰ ਸਮਝਣ ਤੋਂ ਬਿਨਾਂ ਬੰਦਾ ਦੁੱਖ ਪਾਉਂਦਾ ਹੈ, ਔਰ ਆਵਣ ਜਾਣਿਆਂ ਦਾ ਮਤਲਬ ਭਟਕਣਾ ਦੇ ਅੰਦਰ ਪਿਆ ਰਹਿੰਦਾ ਹੈ, ਜੀਵਨ ਦੇ ਅਸਲ ਰਾਹ ਤੋਂ ਖੁੰਝ ਜਾਂਦਾ ਹੈ।
ਤੇ ਜਿਹੜਾ ਜੀਵਨ ਦੇ ਅਸਲ ਰਾਹ ਤੋਂ ਖੁੰਝ ਜਾਏ ਉਹ ਕਦੇ ਆਪਣੀ ਮੰਜ਼ਿਲ ਤੇ ਨਹੀਂ ਪਹੁੰਚਦਾ। ਅਗਲਾ ਵਚਨ ਕਰਦੇ ਨੇ ਔਰ ਅਖੀਰਲਾ, ਨਾਨਕ ਪਾਰਖ ਆਪ ਜਿਨ ਖੋਟਾ ਖਰਾ ਪਛਾਣਿਆ। ਨਾਨਕ ਤੇ ਥੋੜਾ ਜਿਹਾ ਰੁਕਣਾ ਹੈ। ਪਾਰਖ ਆਪ, ਇੱਥੇ ਫਿਰ ਵਿਸ਼ਰਾਮ ਲਾਣਾ ਹੈ। ਨਾਨਕ ਪਾਰਖ ਆਪ। ਗੁਰੂ ਸਾਹਿਬ ਜੀ ਬਚਨ ਕਰਦੇ ਨੇ ਕਿ ਹੇ ਨਾਨਕ, ਪਰਖਣ ਵਾਲਾ ਰੱਬ ਆਪ ਹੈ। ਜਿਨ ਖੋਟਾ ਖਰਾ ਪਛਾਣਿਆ, ਜਿਸ ਨੇ ਖੋਟੇ ਔਰ ਖਰੇ ਨੂੰ ਪਛਾਣ ਲੈ। ਕੌਣ ਖੋਟਾ ਹੈ, ਕੌਣ ਖਰਾ ਹੈ, ਇਹਦੀ ਪਛਾਣ ਰੱਬ ਨੇ ਕਰਨੀ ਹੈ ਔਰ ਉਹ ਪਛਾਣਦਾ ਹੈ। ਤੇ ਪਛਾਣਿਆ ਕਿਵੇਂ ਜਾਂਦਾ ਹੈ? ਖੋਟਿਆਂ ਨੂੰ ਦੁੱਖ ਮਿਲਦਾ ਹੈ ਔਰ ਜਿਹੜੇ ਖਰੇ ਨੇ ਉਹਨਾਂ ਨੂੰ ਸੁੱਖ ਮਿਲਦਾ ਹੈ। ਤੇ ਇਹਦੀ ਪਛਾਣ ਕੌਣ ਕਰ ਰਿਹਾ ਹੈ? ਹਰ ਥਾਂ ਤੇ ਹਰ ਵਕਤ ਹੋ ਰਹੀ ਹੈ। ਜੋ ਸਿਸਟਮ ਹੈ ਉਹਦੇ ਅੰਦਰ ਹਰ ਬੰਦਾ ਪਛਾਣਿਆ ਜਾ ਰਿਹਾ ਹੈ। ਉਹਦੇ ਅੰਦਰ ਹਰ ਬੰਦੇ ਦਾ ਲੇਖਾ ਜੋਖਾ ਨਾਲ ਦੇ ਨਾਲ ਹੋ ਹੀ ਜਾਂਦਾ ਹੈ। ਬੰਦੇ ਦੇ ਆਪਣੇ ਆਪ ਹੀ, ਜਿਵੇਂ ਫਾਰ ਐਗਜ਼ਾਮਪਲ, ਇੱਕ ਛੋਟਾ ਜਿਹਾ ਐਗਜ਼ਾਮਪਲ ਮੈਂ ਕਰੀਬ ਹਰ ਦੂਜੇ ਦਿਨ ਮੈਂ ਗੱਲ ਸਾਂਝੀ ਕਰ ਦਿੰਦਾ ਕਿ ਅਸੀਂ ਹੁਣ ਕਿੰਨੇ ਪਿਆਰ ਦੇ ਨਾਲ ਵਿਚਾਰ ਕਰ ਰਹੇ ਹਾਂ ਬਾਣੀ ਦੀ। ਤੇ ਜੇ ਮੰਨ ਲਓ ਮੇਰੇ ਅੰਦਰ ਕਿਸੇ ਵੀਰ ਭੈਣ ਨੂੰ ਵੇਖ ਕੇ ਈਰਖਾ ਪੈਦਾ ਹੋ ਜਾਏ, ਜਾਂ ਇੱਥੇ ਕੋਈ ਹੋਰ ਵੀਰ ਭੈਣ ਆਏ ਤੇ ਉਹਨੂੰ ਵੇਖ ਕੇ ਮੇਰੇ ਮਨ 'ਚ ਈਰਖਾ ਪੈਦਾ ਹੋਵੇ, ਤਾਂ ਮੇਰੀ ਖੁਸ਼ੀ ਖਤਮ ਹੋ ਗਈ ਨਾ। ਮੇਰਾ ਅੰਦਰੋਂ ਜਿਹੜਾ ਪ੍ਰੇਮ ਬਣਿਆ ਸੀ ਉਹ ਖਤਮ ਹੋ ਗਿਆ, ਖੁਸ਼ੀ ਖਤਮ ਹੋ ਗਈ। ਹੁਣ ਮੇਰੇ ਅੰਦਰ ਈਰਖਾ ਦੀ ਅੱਗ ਬਲਣੀ ਸ਼ੁਰੂ ਹੋ ਗਈ, ਮੈਂ ਅੰਦਰੇ ਅੰਦਰ ਸੜ ਰਿਹਾ। ਤਾਂ ਰੱਬ ਨੇ ਪਛਾਣ ਲਿਆ ਨਾ ਨਾਲ ਦੇ ਨਾਲ। ਇਹਦਾ ਮਤਲਬ ਇਹ ਨਹੀਂ ਵੀ ਉੱਤੇ ਕਿਤੇ ਸੱਚਖੰਡ ਵਿੱਚ ਬੈਠਾ ਰੱਬ ਵੱਖਰਾ ਪਛਾਣ ਰਿਹਾ। ਉਹਦਾ ਸਿਸਟਮ ਅੰਦਰੇ ਅੰਦਰ ਪਛਾਣ ਰਿਹਾ ਹੈ, ਯਾਨੀ ਨਿਰਣਾ ਕਰ ਰਿਹਾ ਹੈ। ਔਰ ਨਾਲ ਦੇ ਨਾਲ ਇੱਕ ਪਲ ਵੀ ਨਹੀਂ ਲੱਗਦਾ, ਇੰਨੀ ਖੁਸ਼ੀ ਹੁੰਦਿਆਂ ਹੋਇਆਂ ਵੀ ਈਰਖਾ ਪੈਦਾ ਹੁੰਦਿਆਂ ਹੀ ਪਛਾਣਿਆ ਗਿਆ ਕਿ ਇਹ ਬੰਦਾ ਹੁਣ ਖੁਸ਼ੀ ਦੇ ਲਾਇਕ ਦਾ ਨਹੀਂ, ਇਹਦੇ ਅੰਦਰ ਈਰਖਾ ਦੀ ਅੱਗ ਬਲ ਪਈ ਤੇ ਨਾਲ ਦੇ ਨਾਲ ਦੁੱਖ। ਦੇਖੋ ਕਿੰਨਾ ਸਿੰਪਲ ਚੀਜ਼ ਹੈ, ਇਹਨੂੰ ਸਮਝਣ ਦੀ ਜ਼ਰੂਰਤ ਹੈ। ਪਾਰਖੂ ਆਪ ਹੈ, ਔਰ ਪਾਰਖੂ ਇਹ ਨਹੀਂ ਕਿ ਮਰਨ ਤੋਂ ਬਾਅਦ ਪਛਾਣੇਗਾ। ਹਰ ਵਕਤ ਬੰਦਾ ਪਰਖਿਆ ਜਾ ਰਿਹਾ ਹੈ, ਉਹਦਾ ਇਮਤਿਹਾਨ ਹੋ ਰਿਹਾ ਹੈ, ਉਹਦਾ ਪੇਪਰ ਹੋ ਰਿਹਾ ਹੈ। ਤੇ ਇੱਕ ਗੱਲ ਯਾਦ ਰੱਖਣਾ, ਜੋ ਦੁਨਿਆਵੀ ਪੇਪਰ ਨੇ ਨਾ ਸਕੂਲਾਂ ਅੰਦਰ, ਉੱਥੇ ਮੈਂ ਤੁਹਾਡੀ ਤੇ ਤੁਸੀਂ ਮੇਰੀ ਨਕਲ ਮਾਰ ਸਕਦੇ ਹੋ, ਕਿਉਂਕਿ ਕੁਐਸਚਨ ਪੇਪਰ ਸਾਰਿਆਂ ਨੂੰ ਇੱਕੋ ਜਿਹਾ ਦਿੱਤਾ ਜਾਂਦਾ ਹੈ। ਪਰ ਇਹ ਜਿਹੜੀ ਜ਼ਿੰਦਗੀ ਹੈ ਨਾ ਸਾਡੀ, ਇੱਥੇ ਅਸੀਂ ਕਿਸੇ ਦੀ ਨਕਲ ਨਹੀਂ ਕਰ ਸਕਦੇ, ਕਿਉਂਕਿ ਕੁਐਸਚਨ ਪੇਪਰ ਹੀ ਵੱਖਰੇ ਨੇ ਸਾਰਿਆਂ ਦੇ। ਸਾਰਿਆਂ ਦਾ ਜਿਹੜਾ ਜੀਵਨ ਦਾ ਢੰਗ ਵੱਖਰਾ ਹੈ, ਸੋਚ ਵੱਖਰੀ, ਅਕਲ ਵੱਖਰੀ, ਸ਼ਕਲ ਵੱਖਰੀ, ਸਿਚੁਏਸ਼ਨ ਵੱਖਰੀ, ਹਰ ਥਾਂ ਦੇ ਉੱਤੇ ਪੇਪਰ ਵੱਖਰੇ ਵੱਖਰੇ ਪੈ ਰਹੇ ਨੇ ਨਾ। ਇਸ ਲਈ ਕਦੇ ਵੀ ਕਿਸੇ ਵਰਗਾ ਬਣਨ ਦਾ ਯਤਨ ਨਾ ਕਰੋ। ਆਪਣੇ ਆਪ ਨੂੰ ਅਸੈਪਟ ਕਰੋ, ਆਪਣੇ ਆਪ ਨੂੰ ਡਿਵੈਲਪ ਕਰੋ, ਆਪਣੇ ਆਪੇ ਦੀ ਪਛਾਣ ਕਰੋ। ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪਣੇ ਮੂਲ ਦੀ ਪਛਾਣ ਕਰੋ। ਤੁਹਾਡੇ ਅੰਦਰ ਕੀ ਕੀ ਪੋਸਿਬਿਲਿਟੀਜ਼ ਨੇ, ਕਿਹੜੀ ਕਿਹੜੀ ਕੁਆਲਿਟੀਜ਼ ਨੇ, ਉਹਨਾਂ ਨੂੰ ਪਛਾਣਨ ਦਾ ਯਤਨ ਕਰੋ। ਔਰ ਜਿਹੜਾ ਬੰਦਾ ਉਹਨਾਂ ਨੂੰ ਪਛਾਣ ਲੈਂਦਾ ਹੈ, ਜਿਹੜਾ ਬੰਦਾ ਉਹਨਾਂ ਦੇ ਉੱਤੇ ਵਰਕ ਕਰਦਾ ਹੈ, ਉਹ ਬੰਦਾ ਫਿਰ ਕਾਮਯਾਬ ਹੋ ਜਾਂਦਾ ਹੈ। ਅੱਜ ਮੈਂ ਇੱਕ ਨਿੱਕੀ ਜੀ ਕਹਾਣੀ ਪੜ੍ਹ ਰਿਹਾ ਸਾਂ, ਕਹਾਣੀ ਨਹੀਂ ਸੱਚਾਈ ਹੈ, ਪਰ ਮੈਨੂੰ ਉਸ ਬੰਦੇ ਦਾ ਨਾਮ ਭੁੱਲ ਗਿਆ, ਇਸ ਲਈ ਮੈਂ ਪਹਿਲੇ ਹੀ ਸੌਰੀ ਚਾਹਾਂਗਾ ਕਿ ਮੈਨੂੰ ਨਾਮ ਯਾਦ ਨਹੀਂ। ਹੋ ਸਕਦਾ ਹੈ ਤੁਸੀਂ ਕਿਸੇ ਨੇ ਪੜ੍ਹਿਆ ਹੋਵੇ ਤੇ ਤੁਹਾਨੂੰ ਯਾਦ ਆ ਜਾਏ। ਇੱਕ ਨੌਜਵਾਨ ਬੱਚਾ ਸੀ ਤੇ ਉਹਦਾ ਖੱਬਾ ਹੱਥ ਕੱਟਿਆ ਗਿਆ, ਤੇ ਉਹ ਆਪਣੇ ਮਾਂ-ਬਾਪ ਨੂੰ ਕਹਿੰਦਾ ਕਿ ਮੈਂ ਬਾਕਸਿੰਗ ਸਿੱਖਣੀ ਚਾਹੁੰਦਾ। ਲੇਕਿਨ ਉਹ ਕਹਿਣ ਲੱਗੇ ਵੀ ਬਾਕਸਿੰਗ ਕਿਵੇਂ ਸਿੱਖੇਗਾ, ਵੀ ਹੱਥ ਤੇ ਤੇਰਾ ਇੱਕ ਹੈ ਨਹੀਂ। ਪਰ ਉਹ ਕਹਿਣ ਲੱਗਾ ਵੀ ਮੈਂ ਸਿੱਖਣਾ ਚਾਹੁੰਦਾ। ਉਹ ਫਿਰ ਕਿਸੇ ਕੋਚ ਕੋਲ ਗਿਆ ਤੇ ਕੋਚ ਦੇ ਨੂੰ ਜਾ ਕੇ ਕਹਿੰਦਾ ਕਿ ਮੈਂ ਬਾਕਸਿੰਗ ਸਿੱਖਣੀ ਚਾਹੁੰਦਾ ਔਰ ਵਰਲਡ ਚੈਂਪੀਅਨ ਬਣਨਾ ਚਾਹੁੰਦਾ। ਉਹ ਕਹਿਣ ਲੱਗਾ ਵੀ ਇਹ ਕਿਵੇਂ ਹੋਏਗਾ, ਤੇਰਾ ਤਾਂ ਇੱਕ ਹੱਥ ਹੈ ਨਹੀਂ। ਕਹਿੰਦਾ ਜੇ ਮੈਨੂੰ ਇਹ ਪਤਾ ਹੁੰਦਾ ਤੇ ਮੈਂ ਤੇਰੇ ਕੋਲ ਕਿਉਂ ਹੁੰਦਾ, ਤੇਰੇ ਕੋਲ ਤਾਂ ਹੀ ਤੇ ਆਇਆ। ਤੇ ਮੇਰਾ ਇੱਕ ਹੱਥ ਹੈ ਨਹੀਂ ਤੇ ਮੈਂ ਵਰਲਡ ਚੈਂਪੀਅਨ ਬਣਨਾ ਚਾਹੁੰਦਾ, ਤੇ ਕਿਵੇਂ ਬਣਾਂਗਾ, ਤਾਂ ਹੀ ਤੇ ਤੇਰੇ ਕੋਲ ਆਇਆ। ਉਹ ਕਹਿੰਦਾ ਠੀਕ ਹੈ। ਉਹਨੇ ਉਹਨੂੰ ਭਰਤੀ ਕਰ ਲਿਆ ਬੱਚਿਆਂ ਦੇ ਅੰਦਰ, ਤੇ ਉਹਨੂੰ ਇੱਕ ਕਿੱਕ ਲਾਣੀ ਸਿਖਾਈ ਕਿ ਤੂੰ ਇਹ ਕਿੱਕ ਲਗਾਣੀ ਹੈ। ਉਹਦਾ ਅਭਿਆਸ ਕਰਦਾ ਰਿਹਾ, 3-4 ਮਹੀਨੇ ਹੋ ਗਏ ਤੇ ਉਹਦਾ ਅਭਿਆਸ ਕਰਦੇ ਰਹੇ। 3-4 ਮਹੀਨੇ ਦੇ ਵਿੱਚ ਦੂਜੇ ਬੱਚਿਆਂ ਨੂੰ ਉਹਨੇ ਹੋਰ ਵੀ ਦੱਸਤਾ ਵੀ ਤੁਸੀਂ ਇਹ ਕਰੋ, ਲੇਕਿਨ ਉਹਨੂੰ ਉਹ ਹੀ ਕਿਹਾ। ਉਹ ਫਿਰ ਟੀਚਰ ਨੂੰ ਇੱਕ ਦਿਨ ਕਹਿਣ ਲੱਗਾ, ਟੀਚਰ ਜੀ 3-4 ਮਹੀਨੇ ਹੋ ਗਏ ਨੇ, ਮੈਂ ਕਾਫੀ ਪ੍ਰੈਕਟਿਸ ਕਰ ਲਈ ਅੱਗੇ। ਉਹ ਕਹਿੰਦਾ ਵੀ ਤੂੰ ਹਾਲੇ ਇਹੀ ਕਰ। ਸਾਲ ਬੀਤ ਗਿਆ ਤੇ ਉਹ ਹੀ ਕਿੱਕ, ਇਹਦਾ ਅਭਿਆਸ ਕਰ।
ਉਹਨੂੰ ਸ਼ੰਕਾ ਹੋਇਆ ਵੀ ਸ਼ਾਇਦ ਟੀਚਰ ਮੈਨੂੰ ਟਰਕਾ ਰਿਹਾ। ਉਹਨੇ ਫਿਰ ਟੀਚਰ ਨੂੰ ਕਿਹਾ ਵੀ ਅਧਿਆਪਕ ਜੀ ਵੀ ਮੈਂ ਦੂਜੇ ਬੱਚੇ ਇੰਨੇ ਅੱਗੇ ਲੰਘ ਗਏ ਨੇ ਤੇ ਮੈਂ ਇੱਕ ਹੀ ਕਿੱਕ ਮਾਰੀ ਜਾ ਰਿਹਾ। ਉਹ ਕਹਿੰਦਾ ਤੈਨੂੰ ਮੇਰੇ ਤੇ ਵਿਸ਼ਵਾਸ ਹੈ? ਕਹਿੰਦਾ ਹੈ। ਕਹਿੰਦਾ ਫਿਰ ਇਹਦਾ ਅਭਿਆਸ ਕਰੀ ਜਾ। 6 ਸਾਲ ਹੋ ਗਏ, ਉਸ ਬੱਚੇ ਨੇ ਦੁਬਾਰਾ ਨਹੀਂ ਕਿਹਾ। 6 ਸਾਲ ਹੋ ਗਏ, ਪੂਰੀ ਮਿਹਨਤ ਉਹਨੇ ਕੀਤੀ ਤੇ 6 ਸਾਲ ਬਾਅਦ ਫਿਰ ਹੁਣ ਉਹ ਫਾਈਨਲ ਐਗਜ਼ਾਮ ਸੀ ਤੇ ਉੱਥੇ ਫਿਰ ਜਿਹੜਾ ਸੀ ਮੁਕਾਬਲਾ ਹੋਣਾ ਸੀ ਤੇ ਉਹਨੂੰ ਬੈਲਟ ਮਿਲਣੀ ਸੀ ਤੇ ਸਾਰੇ ਮੁਕਾਬਲੇ ਦੇ ਉੱਤੇ ਆਏ ਤੇ ਉਸ ਬੱਚੇ ਨੂੰ ਵੀ ਮੁਕਾਬਲੇ ਦੇ ਵਿੱਚ ਲਿਆਂਦਾ ਗਿਆ। ਉਹ ਬੱਚੇ ਨੇ ਜਿਹੜਾ ਪਹਿਲਾ ਸੀ ਇੱਕ ਦੋ ਨੂੰ ਥੋੜੇ ਚਿਰ ਦੇ ਵਿੱਚ ਹੀ ਹਰਾ ਦਿੱਤਾ, ਜਿਹੜਾ ਇੱਕ ਕਿੱਕ ਮਾਰਨ ਵਾਲਾ ਸੀ। ਉਹ ਫਿਰ ਦੂਜੇ ਥਾਂ ਦੇ ਉੱਤੇ ਜਾ ਕੇ ਥੋੜਾ ਸਖਤ ਬੰਦਾ ਆ ਗਿਆ, ਲੇਕਿਨ ਉਹਨੂੰ ਵੀ ਹਰਾ ਦਿੱਤਾ। ਅਖੀਰ ਦੇ ਵਿੱਚ ਤੀਜੇ ਨੰਬਰ ਤੇ ਜਦੋਂ ਤੀਜੇ ਸਟੈਪ ਦੇ ਵਿੱਚ ਤੇ ਗਿਆ ਤੇ ਅਗਲਾ ਬੰਦਾ ਬਹੁਤ ਤਗੜਾ ਸੀ, ਉਹਨੇ ਦੀ ਵਾਹ ਨਹੀਂ ਜਾਣ ਦਿੱਤੀ, ਲੇਕਿਨ ਇਹ ਕਿੱਕ ਨੂੰ ਇੱਕ ਹੀ ਆਂਦੀ ਸੀ, ਆਪਣਾ ਅਜਮਾਂਦਾ ਰਿਹਾ। ਉਸ ਬੰਦੇ ਤੋਂ ਥੋੜੀ ਜਿਹੀ ਗਲਤੀ ਹੋਈ, ਇਸੇ ਤਾਕ ਦੇ ਵਿੱਚ ਕਿਸੇ ਨੇ ਕਿੱਕ ਮਾਰੀ, ਬੰਦੇ ਨੂੰ ਮਾਰਿਆ ਭੜਕਾ ਕੇ, ਫਾਈਨਲ ਵਿੱਚ ਚਲਾ ਗਿਆ। ਤੇ ਫਾਈਨਲ ਦੇ ਅੰਦਰ ਜੋ ਆਖਰੀ ਮੁਕਾਬਲਾ ਸੀ ਉਹ ਵੀ ਪੂਰੀ ਉਹਦੀ ਤਿਆਰੀ ਸੀ ਔਰ ਪੂਰੇ ਤਾਣ ਦੇ ਨਾਲ ਉਹ ਬੰਦਾ ਲੜ ਰਿਹਾ ਸੀ। ਆਖਿਰ ਗੱਲ ਇਹ ਹੋਈ ਕਿ ਇਹ ਫੈਸਲਾ ਨਹੀਂ ਹੋ ਪਾ ਰਿਹਾ। ਇਸ ਫੈਸਲੇ ਦੇ ਵਿੱਚ ਜਿਹੜਾ ਨਾ ਇਸ ਬੰਦੇ ਨੂੰ ਦੂਜੇ ਨੂੰ ਜੇਤੂ ਕਰਾਰ ਦੇ ਦਿੱਤਾ ਜਾਏ ਜਾਂ ਦੋਵਾਂ ਨੂੰ ਬਰਾਬਰ ਛੱਡ ਦਿੱਤਾ ਜਾਏ। ਉਹ ਟੀਚਰ ਕਹਿਣ ਲੱਗਾ ਨਾ, ਮੈਚ ਅੰਤ ਤੱਕ ਚੱਲੇਗਾ, ਫੈਸਲਾ ਹੀ ਹੋਵੇਗਾ, ਜਿਹੜਾ ਜਿੱਤੇਗਾ ਉਹਨੂੰ ਹੀ ਦਿੱਤਾ ਜਾਏਗਾ ਇਨਾਮ। ਆਖਿਰ ਇਹ ਜਿਹੜਾ ਜਿਹਦੀ ਇੱਕ ਬਾਜੂ ਸੀ ਨਾ, ਇਸ ਬੰਦੇ ਦਾ ਐਸਾ ਵਾਰ ਉਹਦਾ ਥੋੜਾ ਜਿਹਾ ਉਕਾਈ ਹੋਈ ਤੇ ਇਹਨੇ ਐਸੀ ਕਿੱਕ ਮਾਰੀ ਕਿ ਉਹ ਬੰਦਾ ਥੱਲੇ ਡਿੱਗ ਪਿਆ ਤੇ ਨਾਲ ਉਹ ਬੇਹੋਸ਼ ਵੀ ਹੋ ਗਿਆ ਔਰ ਇਹ ਜਿੱਤ ਗਿਆ। ਆਖਿਰ ਮਤਲਬ ਇਹਨੇ ਆਪਣੇ ਉਸਤਾਦ ਨੂੰ ਕਿਹਾ ਵੀ ਉਸਤਾਦ ਐਵੇਂ ਕਿਵੇਂ? ਉਹ ਕਹਿਣ ਲੱਗਾ ਵੀ ਸੱਜਣਾ, ਇਹੀ ਇੱਕ ਕਿੱਕ ਹੈ ਜਿਹੜੀ ਸਿਰਫ ਤੂੰ ਜਿੱਤ ਸਕਦਾ ਸੀ, ਕਿਉਂਕਿ ਇਹ ਜਿਹੜੀ ਕਿੱਕ ਹੈ ਨਾ, ਇਹਦੇ ਵਿੱਚ ਬੰਦੇ ਦਾ ਖੱਬਾ ਹੱਥ ਫੜ ਕੇ ਤੇ ਥੱਲੇ ਸੁੱਟਣਾ ਹੁੰਦਾ ਤੇ ਤੇਰਾ ਖੱਬਾ ਹੱਥ ਹੈ ਨਹੀਂ, ਇਸ ਲਈ ਇੱਕ ਹੀ ਜਿਹੜੀ ਕਿੱਕ ਸੀ ਉਹ ਕੁਆਲਿਟੀ ਸਿਰਫ ਤੇਰੇ ਵਿੱਚ ਹੀ ਸੀ ਤੇ ਤੂੰ ਇਸ ਇੱਕ ਕਿੱਕ ਦੇ ਸਿਰ ਤੇ ਹੀ ਜਿੱਤ ਗਿਆ ਹੈ। ਯਾਨੀ ਕਹਿਣ ਤੋਂ ਭਾਵ ਕਿ ਕਿਸੇ ਨਾ ਕਿਸੇ ਬੰਦੇ ਦੇ ਅੰਦਰ ਕੋਈ ਕੁਆਲਿਟੀ ਹੁੰਦੀ ਹੈ, ਪਰ ਅਸੀਂ ਉਹਨੂੰ ਪਛਾਣ ਨਹੀਂ ਸਕਦੇ। ਅਸੀਂ ਉਹਨੂੰ ਕਈ ਵਾਰ ਇਹ ਵੇਖ ਲੈਂਦੇ ਹਾਂ ਕਿ ਮੇਰੇ ਵਿੱਚ ਇਹ ਦੋਸ਼ ਹੈ। ਹੁਣ ਜੇ ਉਹਦੇ ਦੋਸ਼ ਨੂੰ ਵੇਖਿਆ ਜਾਂਦਾ ਕਿ ਇਹਦਾ ਇੱਕ ਹੱਥ ਨਹੀਂ ਤੇ ਇਹ ਤੇ ਬਾਕਸਿੰਗ ਕਰ ਹੀ ਨਹੀਂ ਸਕਦਾ, ਤਾਂ ਨਹੀਂ ਸੀ ਨਾ ਬਣਨੀ। ਲੇਕਿਨ ਜੋ ਅਧਿਆਪਕ ਹੈ, ਜੋ ਟੀਚਰ ਹੈ ਸਿਆਣਾ, ਉਹਨੂੰ ਪਤਾ ਹੈ ਕਿ ਇਸ ਚੀਜ਼ ਦਾ ਲਾਭ ਉਠਾਇਆ ਜਾ ਸਕਦਾ ਹੈ ਪੋਜ਼ਿਟਿਵ, ਇਹਨੂੰ ਗੁਣ ਦੇ ਅੰਦਰ ਬਦਲਿਆ ਜਾ ਸਕਦਾ ਹੈ ਤੇ ਉਹਨੂੰ ਗੁਣ ਦੇ ਅੰਦਰ ਬਦਲਿਆ ਤੇ ਉਹ ਬੰਦਾ ਵਰਲਡ ਚੈਂਪੀਅਨ ਬਣਿਆ। ਸ਼ਾਇਦ ਹੋ ਸਕਦਾ ਤੁਹਾਡੇ ਵਿੱਚੋਂ ਕਿਸੇ ਨੇ ਪੜਿਆ ਹੋਵੇ ਤਾਂ ਨਾਮ ਦਾ, ਨਹੀਂ ਤਾਂ ਚਲੋ ਕੋਈ ਗੱਲ ਨਹੀਂ, ਪਰ ਇਹ ਸੱਚੀ ਸਟੋਰੀ ਹੈ, ਐਸਾ ਹੋ ਸਕਦਾ ਹੈ। ਤਾਂ ਪਾਰਖ ਹੈ, ਹੁਕਮ ਦੇ ਅੰਦਰ ਹਰ ਚੀਜ਼ ਪਰਖੀ ਜਾ ਰਹੀ ਹੈ। ਤੁਹਾਡੇ ਸਾਰਿਆਂ ਦੇ ਅੰਦਰ ਕੋਈ ਨਾ ਕੋਈ ਕੁਆਲਿਟੀ ਹੈ, ਮੇਰੇ ਅੰਦਰ ਕੋਈ ਨਾ ਕੋਈ ਕੁਆਲਿਟੀ, ਹਰ ਇੱਕ ਦੇ ਅੰਦਰ ਵੱਖਰੀ ਹੈ। ਉਸ ਚੀਜ਼ ਨੂੰ ਡਿਵੈਲਪ ਕਰੋ, ਉਸ ਚੀਜ਼ ਨੂੰ ਉਭਾਰੋ। ਤੁਸੀਂ ਸੱਚ ਬੋਲ ਸਕਦੇ ਹੋ, ਦਇਆ ਕਰ ਸਕਦੇ ਹੋ, ਪਿਆਰ ਨਾਲ ਰਹਿ ਸਕਦੇ ਹੋ। ਹਰ ਇੱਕ ਦੇ ਅੰਦਰ ਕੋਈ ਨਾ ਕੋਈ ਚੰਗੇ ਤੋਂ ਚੰਗਾ ਗੁਣ ਹੋ ਸਕਦਾ ਹੈ ਔਰ ਉਸ ਇੱਕ ਗੁਣ ਦੇ ਸਿਰ ਤੇ ਬੰਦਾ ਵਰਲਡ ਚੈਂਪੀਅਨ ਹੋ ਸਕਦਾ ਹੈ। ਚਾਹੇ ਉਹ ਤੁਹਾਡਾ ਸਾਇੰਸ ਦੀ ਕੋਈ ਤਰੱਕੀ ਹੈ, ਤੁਸੀਂ ਸਮਾਜਿਕ ਜ਼ਿੰਦਗੀ ਚੰਗੀ ਜੀ ਸਕਦੇ ਹੋ, ਧਾਰਮਿਕ ਦੁਨੀਆ ਵਿੱਚ। ਕਹਿਣ ਤੋਂ ਭਾਵ ਕਿ ਜੇ ਅਸੀਂ ਰੱਬੀ ਹੁਕਮ ਨੂੰ ਸਮਝਣ ਦਾ ਯਤਨ ਕਰੀਏ ਤਾਂ ਅਸੀਂ ਜਿੱਤ ਸਕਦੇ ਹਾਂ, ਕਿਉਂਕਿ ਪਾਰਖ ਰੱਬ ਆਪ ਹੈ ਤੇ ਉਹ ਪਰਖ ਰਿਹਾ ਹੈ ਤੇ ਰੱਬੀ ਹੁਕਮ ਦੇ ਅੰਦਰ ਹਰ ਇਨਸਾਨ ਹਰ ਥਾਂ ਤੇ ਪਰਖਿਆ ਜਾ ਰਿਹਾ ਹੈ। ਉਹਦੇ ਕਰਮ ਵਾਚੇ ਜਾ ਰਹੇ ਨੇ ਤੇ ਉਹਦੇ ਕਰਮਾਂ ਮੁਤਾਬਕ, ਉਹਦੇ ਬਿਹੇਵੀਅਰ ਮੁਤਾਬਕ, ਉਹਦੇ ਬੋਲਾਂ ਮੁਤਾਬਕ ਉਹਨੂੰ ਸੁੱਖ ਜਾਂ ਦੁੱਖ, ਮਾਨਸਿਕ ਖੁਸ਼ੀ ਜਾਂ ਮਾਨਸਿਕ ਪਰੇਸ਼ਾਨੀਆਂ ਮਿਲ ਰਹੀਆਂ ਨੇ। ਜੇ ਅਸੀਂ ਇਸ ਸਿਸਟਮ ਨੂੰ ਸਮਝ ਲਈਏ ਤਾਂ ਅਸੀਂ ਆਪਣੀਆਂ ਮਾਨਸਿਕ ਪਰੇਸ਼ਾਨੀਆਂ ਤੋਂ ਮੁਕਤ ਹੋ ਸਕਦੇ ਹਾਂ, ਕਿਉਂਕਿ ਮਾਨਸਿਕ ਖੁਸ਼ੀਆਂ ਪਾਉਣ ਦੇ ਕੁਝ ਨਿਯਮ ਨੇ। ਜੇ ਉਹਨਾਂ ਨਿਯਮਾਂ ਨੂੰ ਫੋਲੋ ਕਰਾਂਗੇ ਤਾਂ ਅਸੀਂ ਮਾਨਸਿਕ ਤੌਰ ਤੇ ਸ਼ਾਂਤ ਹੋਵਾਂਗੇ, ਰੱਬੀ ਹੁਕਮ ਦੇ ਅੰਦਰ ਸਾਨੂੰ ਸ਼ਾਂਤੀ ਮਿਲੇਗੀ। ਪਰ ਜੇ ਅਸੀਂ ਉਹਨਾਂ ਨੂੰ ਫੋਲੋ ਨਹੀਂ ਕਰਾਂਗੇ ਤਾਂ ਫਿਰ ਸਾਨੂੰ ਮਾਨਸਿਕ ਅਸ਼ਾਂਤੀ ਮਿਲੇਗੀ। ਨਾਨਕ ਪਾਰਖ ਆਪ, ਜਿਨ ਖੋਟਾ ਖਰਾ ਪਛਾਣਿਆ, ਉਹ ਪ੍ਰਭੂ ਆਪ ਪਾਰਖੂ ਹੈ, ਉਹ ਖੋਟਿਆਂ ਔਰ ਖਰਿਆਂ ਦੀ ਆਪ ਪਹਿਚਾਣ ਕਰਦਾ ਹੈ।
ਇਸ ਲਈ ਗੁਰੂ ਸਾਹਿਬ ਜੀ ਰਹਿਮਤ ਔਰ ਬਖਸ਼ਿਸ਼ ਕਰਨ ਕਿ ਅਸੀਂ ਗੁਰਬਾਣੀ ਅਨੁਸਾਰ ਜਿਹੜੀ ਜ਼ਿੰਦਗੀ ਹੈ ਉਹ ਜੀ ਸਕੀਏ ਔਰ ਗੁਰਬਾਣੀ ਅਨੁਸਾਰ ਜੀਵਨ ਜੀ ਕੇ ਆਪਣੇ ਜੀਵਨ ਨੂੰ ਸਫਲ ਔਰ ਸੁਚੱਜਾ ਕਰ ਸਕੀਏ। ਮੈਂ ਅੱਜ ਦੀ ਵਿਚਾਰ ਇੱਥੇ ਸਮਾਪਤ ਕਰਦਾ ਹਾਂ। ਅੱਜ ਦੀ ਇਸ ਵਿਚਾਰ ਦੇ ਵਿੱਚ ਜੇ ਆਪ ਕਿਸੇ ਵੀਰ ਭੈਣ ਨੇ ਕੋਈ ਸਵਾਲ ਪੁੱਛਣਾ ਹੈ ਤਾਂ ਉਹ ਸਵਾਲ ਪੁੱਛ ਸਕਦੇ ਹੋ, ਔਰ ਅੱਜ ਦੀ ਇਸ ਵਿਚਾਰ ਵਿੱਚ ਜੇ ਕਿਸੇ ਵੀਰ ਭੈਣ ਨੇ ਆਪਣੇ ਵਿਊਜ਼ ਦੇਣੇ ਨੇ ਤਾਂ ਆਪਣੇ ਵਿਊਜ਼ ਦੇ ਸਕਦੇ ਹੋ। ਹੁਣ ਵੀਰ ਤਰਲੋਚਨ ਸਿੰਘ ਜੀ ਅਗਲੀ ਕਾਰਵਾਈ ਕਰਨਗੇ ਤੇ ਫੇਸਬੁੱਕ ਤੇ ਜਿਹੜੇ ਮੇਰੇ ਵੀਰ ਔਰ ਭੈਣਾਂ ਸਰਵਣ ਕਰ ਰਹੇ ਨੇ, ਆਪ ਸਾਰਿਆਂ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ ਜੋ ਆਪ ਇੰਨਾ ਪਿਆਰ ਕਰਦੇ ਹੋ। ਤੇ ਫੇਸਬੁੱਕ ਤੇ ਜੋ ਵੀ ਵੀਰ ਭੈਣਾਂ ਸਰਵਣ ਕਰ ਰਹੇ ਹੋ, ਜੇ ਆਪ ਕੋਈ ਆਪਣੇ ਵਿਚਾਰ ਦੇਣੇ ਚਾਹੋ ਜਾਂ ਕੋਈ ਆਪਣਾ ਸੁਜੈਸ਼ਨ ਤਾਂ ਆਪ ਮੈਨੂੰ ਮੈਸੇਜ ਕਰ ਸਕਦੇ ਹੋ। ਆਪ ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।